ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਖਿਆ ਕਿ ਬਹੁਤ ਵੱਡਾ ਸਟ੍ਰੇਨ ਹੈ ਔਰ ਅੱਗੇ ਨਾਲੋਂ ਜ਼ਿਆਦਾ ਜ਼ੋਰ ਨਾਲ ਆ ਰਿਹਾ ਜੀ ਤੇ ਸਾਨੂੰ ਇਸ ਤੋਂ ਇੱਕੋ ਚੀਜ਼ ਬਚਾ ਸਕਦੀ ਹੈ ਟੀਕਾਕਰਨ। ਕਰੋਨਾ ਆਪਣੇ ਆਪ ਸਰਕਾਰੀ ਲੱਗੇਗਾ। ਹਾਲੇ ਤੱਕ ਵੀ ਇਹ ਗੱਲ ਸਮਝ ਨਹੀਂ ਲੱਗੀ ਕਿ ਜਿਹੜਾ ਰਾਤ ਦਾ ਕਰਫਿਊ ਉਹਦਾ ਕੀ ਮਸਲਾ ਹੈ ਜੀ। ਇਹ ਸਿਰਫ ਲੋਕਾਂ ਦੇ ਵਿੱਚ ਡਰ ਪਾਉਣ ਦੀ ਗੱਲ ਹੈ ਕਿ ਜੇ ਤੁਸੀਂ ਨਹੀਂ ਮੰਨੋਗੇ ਤਾਂ ਦਿਨ ਨੂੰ ਲਾ ਦਿਆਂਗੇ। ਜਦੋਂ ਬਾਰਿਸ਼ ਹੋਣ ਵਾਲੀ ਹੋਵੇ ਜਾਂ ਗੜੇਮਾਰੀ ਆਉਂਦੀ ਹੋਵੇ ਤੇ ਸਾਰੇ ਅੰਦਰ ਨੂੰ ਲੁਕਦੇ ਨੇ ਕਿ ਸਿਰ ਟੱਕੀਏ ਕਿਸ ਤਰ੍ਹਾਂ ਤੇ ਕਿਸਾਨ ਬਾਹਰ ਨੂੰ ਭੱਜਦਾ ਕਿ ਮੈਂ ਕਿਵੇਂ ਆਪਣੀ ਫਸਲ ਨੂੰ ਬਚਾਵਾਂ। ਸਰਕਾਰਾਂ ਦੇ ਪੱਕੇ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਨੇ ਕਿ ਭਾਈ ਆਹ ਨਿਯਮ ਹੈ ਜੀ। ਸਾਨੂੰ ਨਹੀਂ ਪਤਾ ਗੱਡੀ ਵਿੱਚ ਤੁਸੀਂ ਇੱਕ ਬੈਠਾ ਹੈ ਕਿ ਡੇਢ ਬੈਠੇ ਹੋ ਕਿ ਦੋ ਆ, ਮਾਸਕ ਪਾਉਣਾ ਤੇ ਪਾਉਣਾ। ਕੈਨੇਡਾ ਦੇ ਵਿੱਚ ਟੀਕਾ ਗਿਆ ਸੀ ਭਾਰਤ ਦਾ ਜੀ ਤੇ ਉੱਥੇ ਇੱਕ ਬੋਰਡ ਵੀ ਸਾਹਮਣੇ ਆਏ ਸੀ ਕਿ ਇੱਥੇ ਲੱਗੇ ਹੋਏ ਨੇ ਵੱਡੇ ਬੋਰਡ ਸੜਕਾਂ ਦੇ ਉੱਪਰ ਤੇ ਇਲੈਕਟ੍ਰੋਨਿਕ ਬੋਰਡ ਆ ਤੇ ਜਿਸ ਵਿੱਚ ਧੰਨਵਾਦ ਕੀਤਾ ਗਿਆ ਨਰਿੰਦਰ ਮੋਦੀ ਦਾ ਕੈਨੇਡਾ ਵੱਲੋਂ ਕਿ ਉਹਨਾਂ ਨੇ ਸਾਨੂੰ ਟੀਕੇ ਦਿੱਤੇ ਨੇ। ਟੋਲ ਪਲਾਜ਼ੇ ਵਾਲੇ ਇਦਾਂ ਵੀ ਹੋ ਸਕਦਾ ਕਿ ਬੀਜੇਪੀ ਜਾਂ ਸਰਕਾਰ ਉਹਨਾਂ ਨੂੰ ਕਹਿ ਰਹੀ ਹੋਵੇ ਕਿ ਤੁਸੀਂ ਇਸ ਮਸਲੇ ਨੂੰ ਕੋਰਟ ਤੱਕ ਲੈ ਕੇ ਜਾਓ ਤਾਂ ਕਿ ਜਿਹੜਾ ਮਸਲਾ ਹੈ ਲਾਅ ਐਂਡ ਆਰਡਰ ਦਾ ਬਣੇ ਤੇ ਹੋ ਸਕਦਾ ਥੋੜਾ ਜਿਹਾ ਪ੍ਰੈਸ਼ਰ ਜਿਹੜਾ ਕਿਸਾਨਾਂ ਤੇ ਬਣੇ। ਬੀਜੇਪੀ ਵਾਲੇ ਅਕਸਰ ਚੂੜੀਆਂ ਲੈ ਕੇ ਤੁਰੇ ਰਹਿੰਦੇ ਨੇ। ਕਦੇ ਸਮ੍ਰਿਤੀ ਇਰਾਨੀ ਚੂੜੀਆਂ ਵੰਡਦੀ ਹੁੰਦੀ ਸੀ। ਜਿਸ ਕੰਮ ਲਈ ਪੁਲਿਸ ਬਣਾਈ ਹੋਈ ਆ ਇਹ ਨਾ ਕਰਕੇ ਉਹ ਵੱਡੇ ਲੋਕਾਂ ਦੀ ਜੇਬ ਵਿੱਚ ਬਣੀ ਹੋਈ ਪੁਲਿਸ। ਵਰਲਡ ਹੈਪੀਨੈਸ ਇੰਡੈਕਸ ਦੇ ਵਿੱਚ ਅਸੀਂ ਕਿੱਥੇ ਆ ਤੇ ਅਮੀਰਾਂ ਦੀ ਸੂਚੀ 'ਚ ਅਸੀਂ ਤੀਜੇ ਨੰਬਰ ਤੇ। ਇਟ ਮੀਨਸ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਆ ਉਹਨੂੰ ਘਟਾਉਣ ਵਿੱਚ ਸਰਕਾਰ ਜਿਹੜੀ ਆ ਉਹ ਬਿਲਕੁਲ ਨਾਕਾਮਯਾਬ ਰਹੀ ਹੈ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਹੁਣ ਕਿਹੜਾ ਨਵਾਂ ਫਰਮਾਨ ਸੁਣਾ ਦਿੱਤਾ ਹੈ। ਪੰਜਾਬ ਦੇ ਵਿੱਚ ਕਾਂਗਰਸ ਆਗੂਆਂ ਨੂੰ ਭਾਜਪਾਈ ਕਿਉਂ ਜਾ ਕੇ ਚੂੜੀਆਂ ਵੰਡ ਰਹੇ ਨੇ। ਟੋਲ ਕੰਪਨੀਆਂ ਆਖਰ ਹੁਣ ਕੀ ਕਹਿ ਕੇ ਪੰਜਾਬ ਸਰਕਾਰ ਦੇ ਅੱਗੇ ਆਪਣਾ ਰੋਣਾ ਰੋ ਰਹੀਆਂ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਐਕਸਪਰਟ ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸੁਮਰੀਨ ਜੀ। ਕੁਲਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵਿੱਚ ਕਰੋਨਾ ਬੇਕਾਬੂ ਹੋ ਰਿਹਾ ਤੇ ਸਿਆਸੀ ਰੈਲੀਆਂ ਤੇ ਵੀ ਰੋਕ ਲਗਾ ਦਿੱਤੀ ਹੈ ਸਰਕਾਰ ਨੇ। ਕਿਸ ਤਰ੍ਹਾਂ ਦੇਖਦੇ ਹੋ? ਬੇਕਾਬੂ ਪੰਜਾਬ ਵਿੱਚ ਨਹੀਂ ਸਾਰੀ ਦੁਨੀਆ ਵਿੱਚ ਹੋ ਰਿਹਾ ਜੀ। ਇਸ ਦੀ ਦੂਸਰੀ ਜਾਂ ਤੀਸਰੀ ਲਾਗ ਜਿਹੜੀ ਹੈ, ਜਿਹੜਾ ਵੇਰੀਐਂਟ ਕਹਿ ਲਓ ਜਾਂ ਇਸ ਦਾ ਕੋਈ ਇੱਕ ਨਵਾਂ ਸਟ੍ਰੇਨ ਜਿਹੜਾ ਦੁਨੀਆ ਭਰ ਦੇ ਵਿੱਚ ਬੇਕਾਬੂ ਹੋ ਰਿਹਾ ਜੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਖਿਆ ਕਿ ਬਹੁਤ ਵੱਡਾ ਸਟ੍ਰੇਨ ਹੈ ਔਰ ਅੱਗੇ ਨਾਲੋਂ ਜ਼ਿਆਦਾ ਜ਼ੋਰ ਨਾਲ ਆ ਰਿਹਾ ਜੀ ਤੇ ਸਾਨੂੰ ਇਸ ਤੋਂ ਇੱਕੋ ਚੀਜ਼ ਬਚਾ ਸਕਦੀ ਹੈ ਟੀਕਾਕਰਨ ਤੇ ਇਹਤਿਆਤ। ਜ਼ਾਹਿਰਾ ਤੌਰ ਤੇ ਅਸੀਂ 1 ਸਾਲ ਪਿੱਛੇ ਨੂੰ ਰਿਵਾਈਂਡ ਕਰ ਲਈਏ ਤੇ ਮਾਰਚ ਮਹੀਨੇ ਦੇ ਵਿੱਚ ਭਾਰਤ ਦੇ ਵਿੱਚ ਲੋਕਡਾਊਨ ਲੱਗ ਗਿਆ ਸੀ ਜੀ। ਪਹਿਲਾਂ 1 ਦਿਨ ਦਾ ਲੋਕਡਾਊਨ ਲੱਗਾ ਤੇ ਬੜਾ ਮਜ਼ਾਕ ਉੱਡਿਆ ਕਿ 1 ਦਿਨ 'ਚ ਕਿਵੇਂ ਖਤਮ ਹੋ ਜੂ ਕਰੋਨਾ। 1 ਦਿਨ ਦਾ ਲੋਕਡਾਊਨ ਦਾ ਕੀ ਮਤਲਬ ਹੈ ਜੀ। ਫਿਰ ਉਹ ਹਟਾ ਦਿੱਤਾ ਗਿਆ। ਪੰਜਾਬ ਪਹਿਲਾ ਸੂਬਾ ਸੀ ਜਾਂ ਪਹਿਲੇ ਸੂਬਿਆਂ ਦੇ ਵਿੱਚੋਂ ਸੀ ਜਿਸ ਨੇ ਮੁਕੰਮਲ ਤੌਰ ਤੇ ਕਰਫਿਊ ਜਿਹੜਾ ਸੀ ਉਹ ਲਾਗੂ ਕਰ ਦਿੱਤਾ ਸੀ। ਡਾਂਗਾਂ ਭਰਾਈਆਂ ਗਈਆਂ ਲੋਕਾਂ ਤੇ ਜੀ ਤੇ ਇਹ ਨਹੀਂ ਵੇਖਿਆ ਗਿਆ ਕਿ ਕੌਣ ਕਿਸ ਕਮਲੇ ਨਿਕਲਿਆ ਤੇ ਸੜਕਾਂ ਸੁੰਨਮਸਾਨ ਤੇ ਪੋਲੂਸ਼ਨ ਦੇ ਪੱਧਰ ਵੀ ਘਟ ਗਏ ਜੀ। ਇੱਥੋਂ ਤੱਕ ਕਿ ਆਮ ਜ਼ਿੰਦਗੀ ਦੇ ਵਿੱਚ ਹੋਣ ਵਾਲੀਆਂ ਮੌਤਾਂ ਤੇ ਸ਼ਹਿਰਾਂ ਦੀਆਂ ਸ਼ਮਸ਼ਾਨ ਘਾਟਾਂ ਜਿੱਤੇ ਹਿਸਾਬ ਕਿਤਾਬ ਰੱਖਿਆ ਜਾਂਦਾ ਕਿ ਕਿੰਨੇ ਕੁ ਮ੍ਰਿਤਕ ਪ੍ਰਾਣੀ ਇੱਥੇ ਆਉਂਦੇ ਤੇ ਕਿੰਨਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ, ਉਹ ਵੀ ਗਿਣਤੀ ਘਟ ਗਈ। ਹੈਰਾਨੀ ਇਸ ਗੱਲ ਦੀ ਵੀ ਹੋਣ ਲੱਗੀ ਕਿ ਇਹ ਕਿਵੇਂ ਘਟ ਗਈ ਜੀ। ਕਰੋਨਾ ਦੇ ਮਰੀਜ਼ ਤਾਂ ਇੰਨੇ ਨਹੀਂ ਸਨ, ਗਿਣਤੀ ਮਿਣਤੀ ਦੇ ਮਰੀਜ਼ ਸਨ। ਨਵੇਂ ਸ਼ਹਿਰ ਦੇ ਜ਼ਿਲ੍ਹੇ ਦੇ ਵਿੱਚੋਂ ਗੱਲ ਤੁਰੀ ਹੈ ਇੱਕ ਬਜ਼ੁਰਗ ਤੇ ਉਸ ਤੋਂ ਬਾਅਦ ਕੁਝ ਹੋਰ ਪੰਜਾਬ ਵਿੱਚ ਕੇਸ ਆਏ। ਫਿਰ ਗੱਲ ਵੱਧਦੀ ਜਿਹੜੀ ਸੀ ਉਹ ਕੁਝ ਹਜ਼ਾਰਾਂ ਦੇ ਵਿੱਚ ਪਹੁੰਚ ਗਈ। ਇੱਕ ਸਮਾਂ ਆਇਆ ਤਕਰੀਬਨ ਪੰਜਾਬ ਦੇ ਵਿੱਚ 14-15 ਹਜ਼ਾਰ ਕੇਸ ਮੈਕਸਿਮਮ ਸਨ ਜੀ। ਇਸ ਵੇਲੇ ਜੇ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ 25,000 ਤੋਂ ਵੱਧ ਐਕਟਿਵ ਕੇਸ ਨੇ ਤੇ ਜੇ ਪਿਛਲੇ 7-8 ਦਿਨਾਂ ਦਾ ਲੇਖਾ ਜੋਖਾ ਵੇਖਿਆ ਜਾਵੇ ਤਾਂ ਐਕਟਿਵ ਕੇਸ ਕਿਸੇ ਦਿਨ ਪਲੱਸ ਤੇ ਕਿਸੇ ਦਿਨ ਮਾਈਨਸ, ਉਹ ਗ੍ਰਾਫ ਜਿਹੜਾ ਹੈ ਇੱਕ ਦਿਨ ਤਾਂ ਨੂੰ ਤੇ ਇੱਕ ਦਿਨ ਠਾਂ ਨੂੰ। ਹੁਣ ਇਸ ਦਾ ਮਤਲਬ ਇਹ ਹੈ ਕਿ ਸਟੇਬਲ ਜਿਹੇ ਕੇਸ ਜਾ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ, ਪਰ ਵਧੇ ਵਾਕਏ ਬਹੁਤ ਨੇ। ਕੀ ਕਾਰਨ ਹੋ ਸਕਦੇ ਨੇ? ਨਵਾਂ ਸਟ੍ਰੇਨ ਹੈ, ਨਵੀਂ ਲਾਗ ਹੈ, ਨਵੀਂ ਕਿਸਮ ਦਾ ਕਰੋਨਾ ਜਿਹੜਾ ਵਾਇਰਸ ਉਹ ਆ ਗਿਆ, ਪਰ ਨਾਲ ਦੀ ਨਾਲ ਇੰਨੀਆਂ ਢਿੱਲਾਂ ਦੇ ਦਿੱਤੀਆਂ ਗਈਆਂ ਇੱਕਦਮ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਲੱਗਣ ਲੱਗ ਪਿਆ ਵੀ ਇੱਥੇ ਤੇ ਕੁਝ ਹੈ ਹੀ ਨਹੀਂ ਜੀ। ਸਕੂਲ ਵੀ ਖੋਲ੍ਹ ਦਿੱਤੇ ਗਏ, ਸਿਨੇਮਾ ਘਰ ਖੋਲ੍ਹ ਦਿੱਤੇ ਗਏ, ਬੱਸਾਂ ਚੱਲ ਪਈਆਂ,
ਵਿਆਹ ਸ਼ਾਦੀਆਂ ਦੇ ਵਿੱਚ ਇਕੱਠ ਹੋਣ ਲੱਗ ਪਏ, ਇhtiyਾਤ ਲੋਕ ਵਰਤਣ ਤੋਂ ਗੁਰੇਜ਼ ਕਰਨ ਲੱਗ ਪਏ। ਜੋ ਲੋਕ ਬਿਨਾਂ ਗੱਲ ਤੋਂ ਇhtiyਾਤ ਵਰਤਣ ਲੱਗ ਪਏ ਸਨ ਪਿਛਲੇ ਸਾਲ, ਉਹ ਇਸ ਵਾਰੀ ਬਿਲਕੁਲ ਬੇਧਿਆਨੇ ਹੋ ਗਏ। ਇਸ ਵੇਲੇ ਸਥਿਤੀ ਬਹੁਤੀ ਵਧੀਆ ਨਹੀਂ। ਪੰਜਾਬ ਦੇ ਵਿੱਚ ਵੀ ਕੇਸ ਵਧੇ ਹੋਏ ਨੇ, ਪੂਰੇ ਭਾਰਤ ਵਿੱਚ ਵੀ ਵਧੇ ਹੋਏ ਨੇ। ਮਹਾਰਾਸ਼ਟਰ ਫੇਰ ਸਭ ਤੋਂ ਉੱਪਰ ਹੈ, ਤੇ ਮੌਤਾਂ ਦੀ ਜੇ ਗਿਣਤੀ ਲਾਈ ਜਾਵੇ ਡੇਲੀ ਦੀ, ਤੇ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ। ਹਾਲਾਂਕਿ ਕੇਸ ਇਸ ਨਾਲੋਂ ਵੱਧ ਹੋਰ ਜਗ੍ਹਾ ਤੇ ਵੀ ਆ ਰਹੇ ਨੇ। ਪਰ ਇਸ ਗੱਲ ਬਾਰੇ ਕਈ ਤਰ੍ਹਾਂ ਦੀਆਂ ਥਿਊਰੀਜ਼ ਨੇ ਕਿ ਕਿਉਂ ਮੌਤਾਂ ਹੋ ਰਹੀਆਂ ਨੇ, ਮੌਤ ਦਰ ਕਿਉਂ ਵੱਧ ਹੈ। ਇਹ ਮਾਪਦੰਡ ਵੀ ਵੱਖੋ ਵੱਖ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਉਸੇ ਕਰਕੇ ਮੌਤਾਂ ਦੀ ਗਿਣਤੀ ਦਰ ਜਿਹੜੀ ਹੈ ਵੱਧ ਹੋ ਰਹੀ ਹੈ, ਪਰ ਇਹ ਵੱਖੋ ਵੱਖ ਮਾਪਦੰਡ ਹਨ, ਉਹ ਇੱਕ ਕਾਰਨ ਹੋ ਸਕਦਾ ਹੈ। ਹੁਣ ਪੰਜਾਬ ਦੇ ਵਿੱਚ ਟੀਕਾਕਰਨ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ। ਪਹਿਲਾਂ ਤਾਂ ਬੜੀਆਂ ਐਪਰੀਹੈਂਸ਼ਨ ਸੀ ਲੋਕਾਂ ਦੀਆਂ ਕਿ ਇਹ ਡਾਟਾ ਆਇਆ ਕਿ ਸਰਕਾਰੀ ਮੁਲਾਜ਼ਮ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਣੀ ਸੀ, ਜਿਨ੍ਹਾਂ ਵਿੱਚ ਡਾਕਟਰ ਵੀ ਸਨ, ਨਰਸਾਂ ਵੀ ਸਨ, ਤੇ ਹੋਰ ਲੋਕ ਜੋ ਮੋਹਰੇ ਹੋ ਕੇ ਕੰਮ ਕਰਦੇ ਨੇ, ਉਹ ਵੀ ਆਪਣਾ ਟੀਕਾ ਲਵਾਉਣ ਤੋਂ ਗੁਰੇਜ਼ ਕਰ ਰਹੇ ਸਨ। ਕਿਹੜਾ ਟੀਕਾ ਲਵਾਉਣਾ ਤੇ ਕਿਹੜਾ ਵਧੀਆ, ਕਿਹੜਾ ਮਾੜਾ ਤੇ ਕਿਵੇਂ ਲਵਾਉਣਾ, ਇਹ ਸਾਰੀਆਂ ਗੱਲਾਂ ਕਲੀਅਰ ਨਹੀਂ ਸਨ। ਅਜੇ ਵੀ ਇਹ ਰੌਲਾ ਚੱਲ ਰਿਹਾ, ਪਰ ਸਥਿਤੀ ਜਿਹੜੀ ਹੈ ਉਹ ਵਿਗੜਦੀ ਜਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਕਿਹੋ ਜਿਹਾ ਕਦਮ ਚੁੱਕ ਰਹੀ ਹੈ। ਇਸ ਨੂੰ ਸਿਆਸੀ ਗਲਿਆਰਿਆਂ ਦੇ ਵਿੱਚ ਹੋਰ ਤਰ੍ਹਾਂ ਵੇਖਿਆ ਜਾ ਰਿਹਾ। ਜੇ ਤੁਹਾਨੂੰ ਯਾਦ ਹੋਵੇ ਕਿ ਹੋਲੇ ਮੁਹੱਲੇ ਦੇ ਆਸ-ਪਾਸ ਪੰਜਾਬ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਹੋਲੇ ਮੁਹੱਲੇ ਤੇ ਜਾਣ ਵਾਸਤੇ 72 ਘੰਟੇ ਪਹਿਲਾਂ ਜਿਹੜਾ ਕਰੋਨਾ ਦਾ ਟੈਸਟ ਜਿਹੜਾ ਹੈ ਕਰੋਨਾ ਲਾਜ਼ਮੀ ਹੋਵੇਗਾ। ਪਰ ਉਸ ਦੇ ਬਾਵਜੂਦ ਮੇਰਾ ਖਿਆਲ ਨਹੀਂ ਕਿਸੇ ਗਾਈਡਲਾਈਨ ਦਾ ਧਿਆਨ ਰੱਖਿਆ ਗਿਆ ਹੋਵੇ, ਤੇ ਨਾ ਕਾਨੂੰਨ ਨੇ ਨਾ ਸਰਕਾਰ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਕਹਿ ਨਹੀਂ ਸੀ ਸਕਦੇ ਕਿ ਧਾਰਮਿਕ ਇਕੱਠ ਹੈ ਨਾ ਕਰੋ ਤੇ ਇੱਥੇ ਨਾ ਜਾਇਆ ਜਾਵੇ। ਦੂਸਰੀ ਗੱਲ ਉਹ ਕਰ ਸਕਦੇ ਸੀ ਕਿ ਉੱਥੇ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਹੁੰਦੀਆਂ ਨੇ, ਉਹ ਸਟੇਜਾਂ ਲੱਗਦੀਆਂ ਨੇ, ਤੇ ਉਹਨਾਂ ਤੇ ਕੋਈ ਰੋਕ ਲਾਈ ਜਾਵੇ। ਹੁਣ ਇੱਕ ਸਵਾਲ ਮੈਂ ਤੁਹਾਨੂੰ ਪੁੱਛਦਾ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਦੋ ਵਿਰੋਧੀ ਪਾਰਟੀਆਂ ਕਿਹੜੀਆਂ ਨੇ? ਅਕਾਲੀ ਦਲ ਤੇ ਆਮ ਆਦਮੀ ਪਾਰਟੀ। ਤੇ ਰੈਲੀਆਂ ਕਿਹੜੀਆਂ ਪਾਰਟੀਆਂ ਕਰ ਰਹੀਆਂ ਨੇ? ਅਕਾਲੀ ਦਲ ਤੇ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ। ਕਾਂਗਰਸ ਨੇ ਤਾਂ ਕੋਈ ਵੱਡੀ ਰੈਲੀ ਨਹੀਂ ਕੀਤੀ। ਹੁਣ ਅਕਾਲੀ ਦੇ ਇਹ ਕਹਿ ਰਹੇ ਨੇ ਕਿ ਸਾਡੀਆਂ ਰੈਲੀਆਂ ਦੇ ਵਿੱਚ ਹੁੰਦਾ ਇਕੱਠ ਇਹਨਾਂ ਤੋਂ ਜਰ ਨਹੀਂ ਹੋਇਆ, ਤੇ ਇਸ ਕਰਕੇ ਇਹਨਾਂ ਨੇ ਰੋਕ ਲਾ ਦਿੱਤੀ। ਉਹਨਾਂ ਨੇ ਕਹਿ ਦਿੱਤਾ। ਆਮ ਆਦਮੀ ਪਾਰਟੀ ਵਾਲੇ ਅਜੇ ਤੱਕ ਬੋਲੇ ਨਹੀਂ, ਸ਼ਾਇਦ ਉਹ ਵੀ ਬੋਲਣਗੇ। ਤੇ ਕੈਪਟਨ ਸਾਹਿਬ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਪਹਿਲਾਂ ਦੱਸਿਆ ਹੋਇਆ ਸੀ ਕਿ ਤੁਸੀਂ ਹਟ ਜਾਓ, ਰੈਲੀਆਂ ਨਾ ਕਰੋ, ਇਕੱਠ ਦੇ ਉੱਤੇ ਅਸੀਂ ਪਾਬੰਦੀ ਲਾਈ ਹੋਈ ਹੈ, ਤੇ ਤੁਸੀਂ ਇਕੱਠ ਨਾ ਕਰੋ। ਇਹ ਨਹੀਂ ਸਾਡੀ ਗੱਲ ਮੰਨੀ ਨਹੀਂ, ਤੇ ਹੁਣ ਸਾਨੂੰ ਇਹ ਪਾਬੰਦੀ ਜਿਹੜੀ ਹੈ ਲਾਉਣੀ ਪੈ ਰਹੀ ਹੈ। ਤੇ ਜਿਹੜੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਉਹਨਾਂ ਤਹਿਤ ਉਹਨਾਂ ਨੇ ਆਖਿਆ ਕਿ 100 ਤੋਂ ਵੱਧ ਆਊਟਡੋਰ ਦਾ ਇਕੱਠ ਤੇ 50 ਤੋਂ ਵੱਧ ਇਨਡੋਰ ਦਾ ਇਕੱਠ ਇਹ ਜਿਹਾ ਕੋਈ ਵਿਅਕਤੀ ਕਰਦੇ ਨੇ ਤੇ ਮਹਾਮਾਰੀ ਐਕਟ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਉਹਨਾਂ ਤੇ ਕੇਸ ਚਲਾਇਆ ਜਾਵੇਗਾ, ਉਹਨਾਂ ਨੂੰ ਜੁਰਮਾਨੇ ਕੀਤੇ ਜਾਣਗੇ। ਇੱਥੋਂ ਤੱਕ ਕਿ ਜਿਹੜੇ ਟੈਂਟ ਹਾਊਸ ਵਾਲੇ ਜਾਂ ਸਾਊਂਡ ਸਿਸਟਮ ਵਾਲੇ ਇਹਨਾਂ ਨੂੰ ਕਿਰਾਏ ਤੇ ਦੇਣਗੇ ਵਸਤਾਂ ਰੈਲੀਆਂ ਵਾਸਤੇ, ਉਹਨਾਂ ਨੂੰ 3 ਮਹੀਨੇ ਲਈ ਉਹਨਾਂ ਦਾ ਕਾਰੋਬਾਰ ਸੀਲ ਕੀਤਾ ਜਾਵੇਗਾ ਤੇ ਜੁਰਮਾਨਾ ਕੀਤਾ ਜਾਵੇਗਾ ਤੇ FIR ਦਰਜ ਕੀਤੀ ਜਾਵੇਗੀ। ਸੋ ਇਹ ਸਾਰੀ ਸਥਿਤੀ ਚੱਲ ਰਹੀ ਹੈ। ਜਿਵੇਂ ਕਿ ਪੰਜਾਬ ਸਰਕਾਰ ਜਦੋਂ ਤੋਂ ਕਰੋਨਾ ਮਹਾਮਾਰੀ ਸ਼ੁਰੂ ਹੋਈ ਹੈ ਤੇ ਭਾਰਤ ਸਰਕਾਰ, ਇਹ ਤੇ ਹਨ ਪੂਰੀ ਦੁਨੀਆ ਦੇ ਵਿੱਚ ਵੀ ਅਜਿਹਾ ਹੋਇਆ, ਪਰ ਇੱਥੇ ਜ਼ਿਆਦਾ ਉਤਰਾਅ ਚੜ੍ਹਾਅ ਇਸ ਕਰਕੇ ਵੇਖੇ ਗਏ ਕਿ ਸਰਕਾਰ ਦਾ ਅੱਜ ਪੈਂਤਰਾ ਹੋਰ ਹੁੰਦਾ ਹੈ ਤੇ ਕੱਲ ਨੂੰ ਕੁਝ ਹੋਰ ਹੋ ਜਾਂਦਾ ਹੈ। ਸਰਕਾਰ ਆਪ ਹੀ ਇਸ ਤਰ੍ਹਾਂ ਲੱਗਦਾ ਰਿਹਾ ਕਿ ਕਨਫਿਊਜ਼ਡ ਹੈ ਕਿਸੇ ਗੱਲ ਤੋਂ। ਸੋ ਉਹ ਅਜੇ ਵੀ ਚੱਲਦਾ ਹੈ, ਚੱਲ ਰਿਹਾ। ਅੱਜ ਕੋਈ ਫੈਸਲਾ, ਕੱਲ ਨੂੰ ਕੋਈ ਹੋਰ, ਤੇ ਪਰਸੋਂ ਨੂੰ ਕੁਝ ਹੋਰ ਹੋਵੇਗਾ। ਇਹ ਅਜੇ ਆਉਣ ਵਾਲੇ ਦਿਨਾਂ 'ਚ ਹੋਰ ਚੱਲੇਗਾ। ਤੇ ਕੁਲਦੀਪ ਜੀ, ਵਿਦਿਅਕ ਅਦਾਰੇ ਵੀ ਬੰਦ ਕੀਤੇ ਨੇ ਸਰਕਾਰ ਨੇ ਕਰੋਨਾ ਦੀ ਲਾਗ ਕਰਕੇ, ਪਰ ਪ੍ਰਾਈਵੇਟ ਸਕੂਲ ਫੈਡਰੇਸ਼ਨ ਵਾਲੇ ਕਹਿੰਦੇ ਨੇ ਵੀ ਅਸੀਂ 12 ਅਪ੍ਰੈਲ ਨੂੰ ਸਕੂਲ ਖੋਲ ਦੇਣੇ ਆ। ਮੇਰਾ ਖਿਆਲ ਨਹੀਂ ਜੇਕਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤੇ ਉਹ ਖੋਲ੍ਹਣ ਦੇ ਸਮਰੱਥ ਹੋਣਗੇ। ਉਹਨਾਂ ਕੋਲ ਕੀ ਇਸ ਗੱਲ ਦੀ ਗਰੰਟੀ ਹੈ ਕਿ ਬੱਚਿਆਂ ਦੇ ਵਿੱਚ ਲਾਗ ਨਾ ਫੈਲੇ? ਉਹ ਕਿਹੜੀ ਗੱਲ ਕਰਕੇ ਆਖ ਰਹੇ ਨੇ, ਇਸ ਗੱਲ ਦਾ ਵੀ ਕੋਈ ਅੰਦਾਜ਼ਾ ਨਹੀਂ। ਪਰ ਹੈਰਾਨੀ ਕੁਝ ਗੱਲਾਂ ਤੇ ਹੁੰਦੀ ਹੈ। ਸਿਨੇਮਾ ਘਰਾਂ ਦੇ ਵਿੱਚ ਅਜੇ ਵੀ 50% ਦੇ ਨਾਲ ਉਹਨਾਂ ਨੂੰ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ। ਤੁਸੀਂ ਸਕੂਲਾਂ ਦੇ ਵਿੱਚ, ਜਿੱਥੇ ਕਿ ਮੋਸਟ ਡਿਸਪਲਿਨਡ ਪਲੇਸ ਜੇ ਇੰਡੀਆ ਦੇ ਵਿੱਚ, ਵੈਸੇ ਤਾਂ ਕਾਨੂੰਨ ਜਿਹੜਾ ਅਨੁਸ਼ਾਸਨ ਨਾਂ ਦੀ ਬਹੁਤ ਕਮੀ ਪਾਈ ਜਾਂਦੀ ਹੈ, ਸਕੂਲ ਤੇ ਅਜਿਹੀ ਜਗ੍ਹਾ ਹਨ ਜਿੱਥੇ ਅਨੁਸ਼ਾਸਨ ਹੁੰਦਾ ਹੈ, ਕਿਉਂਕਿ ਵਿਦਿਆਰਥੀ ਹੁੰਦੇ ਨੇ, ਅਧਿਆਪਕ ਹੁੰਦੇ ਨੇ, ਇੱਕ ਬੜਾ ਉਹਨਾਂ ਦਾ ਖਾਸ ਰਿਸ਼ਤਾ ਹੁੰਦਾ ਹੈ, ਇੱਕ ਖਾਸ ਮਾਹੌਲ ਹੁੰਦਾ ਹੈ। ਜੇ ਉੱਥੇ ਨਹੀਂ ਅਸੀਂ ਮੇਨਟੇਨ ਕਰ ਸਕਦੇ ਤੇ ਸਿਨੇਮਾ ਘਰ ਐਂਟਰਟੇਨਮੈਂਟ ਵਾਲੀ ਜਗ੍ਹਾ ਤੇ ਕਿਵੇਂ ਅਨੁਸ਼ਾਸਨ ਮੇਨਟੇਨ ਹੋਵੇਗਾ? ਸਰਕਾਰ ਦੀਆਂ ਗੱਲਾਂ ਵੀ ਆਪਾਂ ਵਿਰੋਧੀ ਨੇ, ਪਰ ਪ੍ਰਾਈਵੇਟ ਸਕੂਲਾਂ ਦੀ ਫੈਡਰੇਸ਼ਨ ਦਾ ਇਹ ਕਹਿਣਾ ਕਿ ਅਸੀਂ ਤੇ ਖੋਲ ਦੇਣੇ, ਮੇਰਾ ਖਿਆਲ ਉਹ ਖੋਲ ਨਹੀਂ ਸਕਣਗੇ, ਕੇਸ ਕਰਵਾ ਬੈਠਣਗੇ ਆਪਣੇ ਤੇ। ਜੀ ਸ਼ਰਮਾ ਜੀ, ਲੋਕਾਂ ਦੇ ਮਨ ਦੇ ਸ਼ੰਕੇ ਨੇ ਕਿ ਕਰੋਨਾ ਸਰਕਾਰੀ ਹੋ ਗਿਆ, ਜਿੱਥੇ ਸਰਕਾਰ ਕਹਿੰਦੀ ਉੱਥੇ ਚੱਲ ਜਾਂਦਾ ਆ, ਤੇ ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਹੈ ਜੀ। ਇੱਥੇ ਜੋ ਵੀ ਹੁੰਦਾ ਹੈ ਹਿੰਦੁਸਤਾਨ ਦੇ ਵਿੱਚ, ਉਸ ਚੀਜ਼ ਦੇ ਜਿਹੜੇ ਨਫੇ ਤੇ ਨੁਕਸਾਨ ਬਾਅਦ ਵਿੱਚ ਹੁੰਦੇ ਨੇ, ਉਹਦੀ ਰਾਜਨੀਤੀ ਜਿਹੜੀ ਸਭ ਤੋਂ ਪਹਿਲਾਂ ਹੋ ਜਾਂਦੀ। ਜਿੱਦਾਂ ਕੁਲਦੀਪ ਜੀ ਨੇ ਦੱਸਿਆ ਸਵਾਲ ਦੇ ਸ਼ੁਰੂਆਤ ਦੇ ਵਿੱਚ, ਕਿ ਜਿਹੜਾ ਕਰੋਨਾ ਆ ਉਹ ਪੂਰੇ ਪੰਜਾਬ ਦੇ ਵਿੱਚ ਨਹੀਂ, ਪੂਰੇ ਵਿਸ਼ਵ ਦੇ ਵਿੱਚ ਆ ਤੇ ਭਾਰਤ ਦੇ ਵਿੱਚ ਵੀ ਹੈ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਸਿਨੇਮਾ ਘਰਾਂ ਦੇ ਵਿੱਚ ਨਹੀਂ ਹੈਗਾ ਤੇ ਸਕੂਲਾਂ ਦੇ ਵਿੱਚ ਹੈਗਾ। ਤੇ ਫਿਰ ਜਦੋਂ ਅਸੀਂ ਸਟੇਟਸ ਦੀਆਂ ਗੱਲ ਕਰਦੇ ਜਿੱਥੇ ਇਲੈਕਸ਼ਨਸ ਹੋ ਰਹੀਆਂ,
5 ਰਾਜਾਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਉੱਥੇ ਕਰੋਨਾ ਦੀ ਜਿਹੜੀ ਆ ਰਫ਼ਤਾਰ ਉਹ ਕਿਸੇ ਹੋਰ ਤਰੀਕੇ ਨਾਲ ਨਜ਼ਰ ਆਉਂਦੀ ਹੈ। ਜਿੱਦਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਵੀ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਕਿ ਸਾਨੂੰ ਦਿਖਾਇਆ ਕੀ ਜਾ ਰਿਹਾ ਜੀ। ਸਾਡੇ ਸਾਹਮਣੇ ਅੰਕੜੇ ਤੇ ਉਹੀ ਆਉਣਗੇ ਨਾ ਜਿਹੜੇ ਅਖਬਾਰਾਂ ਤੋਂ ਜਾਂ ਟੀਵੀ ਤੋਂ ਆਉਣਗੇ, ਤੇ ਫਿਰ ਕਰੋਨਾ ਆਪਣੇ ਆਪ ਸਰਕਾਰੀ ਲੱਗੇਗਾ। ਹਾਲੇ ਤੱਕ ਵੀ ਇਹ ਗੱਲ ਸਮਝ ਨਹੀਂ ਲੱਗੀ ਕਿ ਜਿਹੜਾ ਰਾਤ ਦਾ ਕਰਫਿਊ ਉਹਦਾ ਕੀ ਮਸਲਾ ਹੈ ਜੀ। ਇਹ ਸਿਰਫ ਲੋਕਾਂ ਦੇ ਵਿੱਚ ਡਰ ਪਾਉਣ ਦੀ ਗੱਲ ਹੈ ਕਿ ਜੇ ਤੁਸੀਂ ਨਹੀਂ ਮੰਨੋਗੇ ਤਾਂ ਦਿਨ ਨੂੰ ਲਾ ਦਿਆਂਗੇ। ਪਰ ਜਿੰਨੀ ਸਪੀਡ ਨਾਲ ਕੇਸ ਵੱਧ ਰਹੇ ਆ, ਇਹ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ ਸਵਲੀਨ ਜੀ ਅਸੀਂ ਅੱਜ ਦੀ ਡੇਟ ਦੇ ਵਿੱਚ ਕਿ ਇਕੱਲੇ ਭਾਰਤ ਜਾਂ ਪੰਜਾਬ ਦੀ ਗੱਲ ਨਹੀਂ, ਪੂਰੇ ਦੁਨੀਆ ਨੇ ਹੀ ਇਹ ਗੱਲ ਕਰਕੇ ਦੇਖ ਲਈ ਆ ਕਿ ਲੋਕਡਾਊਨ ਜਿਹੜਾ ਆ ਹੁਣ ਇਹਦਾ ਹੱਲ ਨਹੀਂ ਹੈ ਜੀ। ਕੁਝ ਇਹੋ ਜਿਹੇ ਕੇਸ ਵੀ ਸਾਹਮਣੇ ਆਏ ਆ ਜਿਹੜੇ ਬੰਦੇ ਕਿਤੇ ਗਏ ਹੀ ਨਹੀਂ, ਕਿਉਂਕਿ ਹੁਣ ਇਦਾਂ ਲੱਗਦਾ ਕਿ ਵਾਇਰਸ ਜਿਹੜਾ ਇੰਨਾ ਫੈਲ ਚੁੱਕਾ ਕਿ ਜੇ ਤੁਹਾਡੀ ਇਮਿਊਨਿਟੀ ਵੀਕ ਹੈ ਤਾਂ ਤੁਸੀਂ ਉਹਦੀ ਗ੍ਰਿਫਤ 'ਚ ਆ ਜਾਓਗੇ ਜੀ। ਤੇ ਹੁਣ ਇhtiyਾਤ ਦੇ ਨਾਲ ਹੀ ਮਸਲਾ ਹੱਲ ਨਹੀਂ ਹੋਣਾ, ਹੁਣ ਟੀਕਾਕਰਨ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ। ਪਰ ਜਿਹੜੀ ਰਾਜਨੀਤੀ ਹੈ ਉਹ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਜਿੱਦਾਂ ਅਕਾਲੀ ਦਲ ਨੇ ਅੱਜ ਕਿਹਾ ਇਹ ਗੱਲ ਕਿ ਸਾਡੀਆਂ ਰੈਲੀਆਂ ਤੋਂ ਡਰਦਿਆਂ ਨੇ ਇਹਨਾਂ ਨੇ ਰਾਜਸੀ ਇਕੱਠਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ, ਤੇ ਉਹਨਾਂ ਲੋਕਾਂ ਨੂੰ ਇਹ ਗੱਲ ਸਮਝਣੀ ਪਊਗੀ ਇਹੋ ਜਿਹੇ ਬਿਆਨ ਦਾਗਣ ਤੋਂ ਪਹਿਲਾਂ। ਹੋ ਸਕਦਾ ਹੈ ਕਿਤੇ ਨਾ ਕਿਤੇ 1-ਅੱਧਾ% ਅਸੀਂ ਇਸ ਗੱਲ ਨੂੰ ਮੰਨ ਲਈਏ ਵੀ ਕੈਪਟਨ ਸਾਹਿਬ ਨੇ ਜਿਹੜੀ ਪਾਬੰਦੀ ਇਸੇ ਕਰਕੇ ਲਾਈ ਆ, ਫਿਰ ਵੀ ਉਹਨਾਂ ਨੂੰ ਇਹੋ ਜਿਹੇ ਜਨਤਕ ਬਿਆਨ ਦੇਣ ਤੋਂ ਗਰੇਜ਼ ਕਰਨਾ ਚਾਹੀਦਾ ਕਿਉਂਕਿ ਜਿਹੜੀ ਸਮੱਸਿਆ ਆ ਉਹ ਗੰਭੀਰ ਆ। ਕਿਸਾਨ ਅੰਦੋਲਨ ਬਾਰੇ ਤੁਹਾਡੀ ਗੱਲ ਵਿੱਚ ਰੋਕਾਂਗੇ। ਕਿਸਾਨ ਅੰਦੋਲਨ ਬਾਰੇ ਵੀ ਵੱਖੋ-ਵੱਖ ਰਾਵਾਂ ਨੇ ਇਸ ਦੇ ਨਾਲ ਜੁੜੀਆਂ ਹੋਈਆਂ। ਕਿਸਾਨ ਆਗੂ ਕਹਿੰਦੇ ਨੇ ਕਿ ਸਾਨੂੰ ਥੱਲੇ ਲਾਉਣ ਵਾਸਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਸਾਡੀਆਂ ਰੈਲੀਆਂ ਨੂੰ ਰੋਕਣ ਵਾਸਤੇ ਅਸੀਂ ਕਈ ਪੰਚਾਇਤਾਂ ਕਰਨੀਆਂ ਹੁੰਦੀਆਂ ਨੇ ਤੇ ਅਸੀਂ ਉੱਥੇ ਵੀ ਸਿੰਘੂ ਮੋਰਚੇ ਤੇ ਵੀ ਬੈਠੇ ਹੋਏ, ਟਿਕਰੀ ਤੇ ਬੈਠੇ ਹੋਏ ਆ ਤੇ ਫਸਲ ਦਾ ਦੌਰ ਹੈ, ਉਧਰੋਂ ਫਸਲਾਂ ਦੀ ਕਟਾਈ ਵੀ ਹੈ ਤੇ ਸਾਨੂੰ ਖਾਮ-ਖਾਂ ਭੰਬਲ ਭੂਸੇ ਦੇ ਵਿੱਚ ਪਾਉਣ ਲਈ ਜਿਹੜੀਆਂ ਰੋਕਣ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੈਂ ਸਮਝਦਾ ਕਿ ਇਸ ਦਾ ਬੈਲੈਂਸ ਸਾਨੂੰ ਅਜੇ ਮਿਲਣਾ ਨਹੀਂ ਕਿਤੇ। ਇਹ ਕਸ਼ਮਕਸ਼ ਇਸੇ ਤਰ੍ਹਾਂ ਰਿਹਾ ਕਿ ਸਿਆਸੀ ਵੀ, ਕਿਸਾਨ ਅੰਦੋਲਨ ਵੀ ਤੇ ਕਰੋਨਾ ਵੀ, ਇਹ ਸਭ ਕੁਝ ਇਸੇ ਤਰ੍ਹਾਂ ਚੱਲੇ ਜੀ। ਕੁਲਦੀਪ ਜੀ, ਕਿਸਾਨ ਅੰਦੋਲਨ ਨੂੰ ਲੈ ਕੇ ਰਾਕੇਸ਼ ਟਕੈਤ ਨੇ ਵੀ ਕਿਹਾ ਆ ਕਿ ਕਰੋਨਾ ਜਿੰਨਾ ਮਰਜ਼ੀ ਵੱਧ ਜੇ ਅਸੀਂ ਅੰਦੋਲਨ ਖਤਮ ਨਹੀਂ ਕਰਨਾ। ਡਾਕਟਰ ਹਰਸ਼ਵਰਧਨ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ, ਪਰ ਅਸੀਂ ਬ੍ਰੇਕ ਤੋਂ ਬਾਅਦ ਆ ਕੇ ਇਸ ਦੀ ਗੱਲ ਕਰਦੇ ਹਾਂ। ਗੱਲਾਂ ਬਾਤਾਂ ਹਾਲੇ ਹੋਰ ਵੀ ਬਹੁਤ ਨੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਕਿ ਰਾਕੇਸ਼ ਟਕੈਤ ਨੇ ਕਿਹਾ ਹੈ ਕਿ ਕਰੋਨਾ ਦਾ ਨਾਂ ਲੈ ਕੇ ਸਾਨੂੰ ਡਰਾ ਰਹੇ ਨੇ, ਪਰ ਅਸੀਂ ਅੰਦੋਲਨ ਖਤਮ ਨਹੀਂ ਕਰਨਾ। ਕੀ ਕਹਿਣਾ ਚਾਹੋਗੇ? ਕਿਸਾਨ ਵੱਖਰੀ ਕਿਸਮ ਦੀ ਇੱਕ ਬਰੀਡ ਹੈ, ਇਹਨੂੰ ਕਹਿ ਲਓ। ਕਿਸਾਨੀ ਦੇ ਵਿੱਚ ਪੈਣਾ ਤੇ ਕਿਸਾਨੀ ਨੂੰ ਸਮਝਣ ਵਾਲੇ ਲੋਕ ਜਿਹੜੇ ਨੇ ਉਹ ਖਾਸ ਹੀ ਹੁੰਦੇ ਨੇ ਜੀ। ਸੋ ਇਹਨਾਂ ਦੀ ਸੋਚਣੀ ਵੀ ਵੱਖਰੀ ਹੈ। ਜਦੋਂ ਕੋਈ ਤਿੱਖੀ ਧੁੱਪ ਹੋਵੇ ਤੇ ਫਸਲ ਕੁਮਲਾਉਂਦੀ ਹੋਵੇ, ਲੋਕ ਅੰਦਰਾਂ ਨੂੰ ਭੱਜਦੇ ਨੇ ਤੇ ਕਿਸਾਨ ਬਾਹਰ ਨੂੰ ਭੱਜਦਾ ਕਿ ਮੈਂ ਇਹਦਾ ਕੋਈ ਇਲਾਜ ਕਰਾਂ। ਜਦੋਂ ਬਾਰਿਸ਼ ਆਉਣ ਵਾਲੀ ਹੋਵੇ ਜਾਂ ਗੜੇਮਾਰੀ ਆਉਂਦੀ ਹੋਵੇ ਤੇ ਸਾਰੇ ਅੰਦਰ ਨੂੰ ਲੁਕਦੇ ਨੇ ਕਿ ਸਿਰ ਟੱਕੀਏ ਕਿਸ ਤਰ੍ਹਾਂ, ਤੇ ਕਿਸਾਨ ਬਾਹਰ ਨੂੰ ਭੱਜਦਾ ਕਿ ਮੈਂ ਕਿਵੇਂ ਆਪਣੀ ਫਸਲ ਨੂੰ ਬਚਾਵਾਂ ਜੀ। ਜਿੰਨੀ ਦੇਰ ਤੱਕ ਉਸ ਦੀ ਉਪਜ ਜੁਖ ਕੇ ਤੁੱਲ ਕੇ ਉਹ ਪੈ ਨਹੀਂ ਜਾਂਦੀ ਬੋਰੀ ਦੇ ਵਿੱਚ ਤੇ ਉਹਦਾ ਮੁੱਲ ਲੱਗ ਨਹੀਂ ਜਾਂਦਾ ਤੇ ਪੈਸੇ ਉਹਦੀ ਜੇਬ ਵਿੱਚ ਆ ਨਹੀਂ ਜਾਂਦੇ, ਉਨੀ ਦੇਰ ਤੱਕ ਕਿਸਾਨ ਦੇ ਸਿਰ ਤੇ ਤਲਵਾਰ ਲਟਕਦੀ ਰਹਿੰਦੀ ਆ। ਸੋ ਜੋਖਿਮ ਜਿਹੜੇ ਨੇ ਉਹ ਕਿਸਾਨ ਉਠਾਉਂਦਾ ਰਹਿੰਦਾ, ਇਸ ਵਿੱਚ ਕੋਈ ਸ਼ੱਕ ਨਹੀਂ ਜੀ। ਕਰੋਨਾ ਦੇ ਬਾਰੇ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਕਿ ਇਹ ਸਿੱਧਾ ਇਮਿਊਨਿਟੀ ਨਾਲ ਜੁੜਿਆ ਹੋਇਆ ਇਹ ਮਸਲਾ ਹੈ। ਸਾਰੀ ਦੁਨੀਆ ਇਸ ਗੱਲ ਤੇ ਇੱਕ ਸਹਿਮਤ ਹੈ। ਇੱਕ ਮੁੱਦਾ ਮੈਂ ਕਹਿ ਸਕਦਾ ਕਰੋਨਾ ਦੇ ਬਾਰੇ, ਜਿਸ ਦੇ ਬਾਰੇ ਕੋਈ ਦੋ ਰਾਏ ਨਹੀਂ ਕਿ ਜਿਸ ਦੀ ਇਮਿਊਨਿਟੀ ਬੈਟਰ ਹੈ ਉਹ ਕਰੋਨਾ ਨੂੰ ਬਿਹਤਰ ਫਾਈਟ ਕਰੇਗਾ। ਤੇ ਕਿਸਾਨਾਂ ਨਾਲੋਂ ਬਿਹਤਰ ਇਮਿਊਨਿਟੀ ਕਿਹਦੀ ਹੈ? ਬਿਲਕੁਲ। ਕਿਸਾਨ ਘੱਟ ਵੀ ਰੱਖਦੇ ਨੇ, ਚੰਗਾ ਖਾਂਦੇ ਵੀ ਨੇ, ਖੁਸ਼ਦਿਲ ਲੋਕ ਵੀ ਨੇ, ਹਸਮੁਖ ਨੇ। ਸੋ ਇਹਨਾਂ ਗੱਲਾਂ ਦਾ ਉਹਨਾਂ ਨੂੰ ਨਫਾ ਹੋਵੇਗਾ, ਫਾਇਦਾ ਹੋਵੇਗਾ। ਪਰ ਇਹ ਜਲੀਲ ਕੀਤਾ ਜਾ ਰਿਹਾ ਕਿਸਾਨਾਂ ਨੂੰ ਲੰਬੇ ਸਮੇਂ ਤੋਂ। ਇਹ ਗੱਲ ਵੱਖਰਾ ਵਿਸ਼ਾ ਹੈ, ਬਹੁਤ ਮਾੜੀ ਗੱਲ ਹੈ। ਰਾਕੇਸ਼ ਟਕੈਤ ਨੇ ਆਪਣੇ ਭਾਈਆਂ ਦਾ ਹੌਸਲਾ ਬਣਾਉਣ ਲਈ ਇਹ ਗੱਲ ਕੀਤੀ ਤੇ ਸਰਕਾਰ ਜੇ ਕੋਈ ਕਰਦੀ ਹੈ, ਜਾਂ ਡਾਕਟਰ ਹਰਸ਼ਵਰਧਨ ਇੰਨੇ ਸਿਆਣੇ ਬੰਦੇ ਨੇ, ਵਿਅਕਤੀ ਨੇ, ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਕਿਸਾਨ ਅੰਦੋਲਨ ਜਿਹੜਾ ਹੈ ਉਹ ਇਹ ਕਰੋਨਾ ਨੂੰ ਵਧਾਉਣ ਦੇ ਵਿੱਚ ਕਾਰਨ ਹੋ ਸਕਦਾ ਹੈ, ਤੇ ਤੁਸੀਂ ਇਲੈਕਸ਼ਨਾਂ ਅਜੇ ਠਹਿਰ ਕੇ ਕਰਵਾ ਲੈਂਦੇ ਕਈ ਸਟੇਟਾਂ ਦੇ ਵਿੱਚ, ਤੁਹਾਨੂੰ ਕੀ ਲੋੜ ਸੀ? ਤੁਸੀਂ ਇਸ ਤਰ੍ਹਾਂ ਦੇ ਮੇਲੇ ਕਰ ਰਹੇ ਹੋ, ਰੈਲੀਆਂ ਕਰ ਰਹੇ ਹੋ, ਤੁਸੀਂ ਵੀ ਰੋਕ ਲਾ ਦਿਓ ਕਿਸੇ ਚੀਜ਼ ਦੇ ਵਾਸਤੇ। ਤੁਸੀਂ ਇਹ ਮੇਰਾ ਮਤਲਬ ਕਹਿਣ ਤੋਂ ਵੀ ਅੱਜ ਇਹਨਾਂ ਦੇ ਆਗੂ ਭਾਜਪਾ ਦੇ ਵੀ ਬਹੁਤ ਜਗ੍ਹਾ ਤੇ ਰੈਲੀਆਂ ਕਰ ਰਹੇ ਤੇ ਉੱਥੇ ਕਰੋਨਾ ਨਹੀਂ ਫੈਲ ਰਿਹਾ ਤੇ ਕਿਸਾਨਾਂ ਨਾਲ ਫੈਲਣਾ। ਸੋ ਇਹ ਆਪਾ ਵਿਰੋਧੀ ਬਿਆਨ ਨੇ ਜਿਹੜੇ ਉਹਨਾਂ ਨੂੰ ਸੋਚ ਸਮਝ ਕੇ ਦੇਣੇ ਚਾਹੀਦੇ ਜੀ। ਸ਼ਰਮਾ ਜੀ, ਹਰਸ਼ਵਰਧਨ ਦੇ ਜਿਹੜਾ ਬਿਆਨ, ਜਿਹੜੀ ਗਾਜ ਸਾਰੀ ਉਹਨਾਂ ਨੇ ਕਿਸਾਨ ਅੰਦੋਲਨ ਤੇ ਸੁੱਟਤੀ ਹੈ ਕਰੋਨਾ ਵਧਣ ਦੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਵਾਲੀ ਜਿਹੜੀ ਗੱਲ ਆ ਫਿਰ ਉਹਦਾ ਰਿਪੀਟ ਆ ਕਿ ਰਾਜਨੀਤੀ ਜਿਹੜੀ ਆ ਉਸ ਦੇ ਉੱਤੇ ਹਾਵੀ ਆ। ਜੇ ਕੁਲਦੀਪ ਜੀ ਨੇ ਜਿਹੜੀ ਗੱਲ ਦੱਸੀ ਆ, ਇਹਨਾਂ ਨੇ ਹੁਣ ਇਹਦੇ ਤੇ ਗੱਲ ਕਹੀ ਆ ਕਿ ਕਿਸਾਨ ਅੰਦੋਲਨ ਜਿਹੜਾ ਆ ਕਰੋਨਾ ਦੇ ਵਿੱਚ ਸ਼ਾਮਿਲ ਆ, ਤੇ ਇਹਨਾਂ ਨੇ ਇਹੀ ਗੱਲ ਜਿਹੜੀ ਆ ਕੁਝ ਮਹੀਨੇ ਪਹਿਲਾਂ ਤਬਲੀਗੀ ਜਮਾਤ ਦੇ ਫੰਕਸ਼ਨ 'ਚ ਵੀ ਕਹੀ ਸੀ। ਉਸ ਤੋਂ ਪਹਿਲਾਂ ਜਦੋਂ ਹਜੂਰ ਸਾਹਿਬ ਤੋਂ ਕੁਝ ਯਾਤਰੀ ਵਾਪਸ ਆਏ ਸੀ, ਉਦੋਂ ਵੀ ਇਹਨਾਂ ਨੇ ਇਹੀ ਗੱਲਾਂ ਕੀਤੀਆਂ ਸੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਹਰਸ਼ਵਰਧਨ ਦੀ, ਬਹੁਤ ਸਿਆਣੇ ਬੰਦੇ ਨੇ, ਤੇ ਮੈਨੂੰ ਇਹ ਲੱਗਦਾ ਸੀਗਾ ਕਿ ਕੈਬਨਿਟ ਦੇ ਵਿੱਚ ਇਹ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਆਪਣੀ ਫੀਲਡ ਦੇ ਪੜ੍ਹੇ ਹੋਏ ਨੇ, ਡਾਕਟਰ ਨੇ ਤੇ ਸਿਹਤ ਮੰਤਰੀ ਨੇ, ਤੇ ਇਹਨਾਂ ਤੋਂ ਬਿਹਤਰ ਉਸ ਚੀਜ਼ ਲਈ ਕੋਈ ਨਹੀਂ ਜਾਣ ਸਕਦਾ। ਤੇ ਪਲਸ ਪੋਲੀਓ ਮੁਹਿੰਮ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਰਿਹਾ।
ਇਹਨਾਂ ਨੂੰ ਹੈਲਥ ਮਿਨਿਸਟਰ ਬਣਾਇਆ ਗਿਆ ਸੀ ਇੱਕ ਟਾਈਮ ਦੇ ਉੱਤੇ, ਫਿਰ ਇਹਨਾਂ ਨੇ ਆਈਟੀਸੀ ਦੇ ਜਿਹੜਾ ਤੰਬਾਕੂ ਕਾਂਡ ਦੇ ਕਰਕੇ ਇਹਨਾਂ ਨੂੰ ਉਹ ਅਹੁਦਾ ਛੱਡਣਾ ਪਿਆ ਤੇ ਨੱਡਾ ਸਾਹਿਬ ਆ ਗਿਆ ਸੀ ਇਹਨਾਂ ਦੀ ਜਗ੍ਹਾ ਤੇ। ਹੁਣ ਵੀ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਆ, ਜਿਹੜੀ ਉਹ ਜਿਸ ਮਾਹੌਲ 'ਚ ਤੁਸੀਂ ਰਹਿੰਦੇ ਆ ਉਹਦੇ ਤੁਹਾਡੇ ਤੇ ਉਹ ਹਾਵੀ ਹੋ ਜਾਂਦਾ, ਤੇ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਮਸਲਾ ਇਸ ਗੱਲ ਦਾ ਰੱਖਣਾ ਚਾਹੀਦਾ ਕਿ ਇਸ ਬਿਮਾਰੀ ਲਈ ਸਰਕਾਰ ਕੀ ਕਰ ਰਹੀ ਹੈ। ਜੀ ਸ਼ਰਮਾ ਜੀ, ਖਬਰਾਂ ਆਈਆਂ ਨੇ ਕਿ ਨਿੱਜੀ ਅਤੇ ਸਰਕਾਰੀ ਦਫ਼ਤਰਾਂ 'ਚ ਹੁਣ ਟੀਕਾਕਰਨ ਹੋਊਗਾ, ਕੀ ਕਹਿਣਾ ਚਾਹੋਗੇ? ਬਿਲਕੁਲ ਇੱਕ ਚੰਗੀ ਗੱਲ ਆ। ਇਹ ਤੁਹਾਨੂੰ ਯਾਦ ਹੋਵੇਗਾ, ਮੈਂ ਉਸ ਮੁਹਿੰਮ ਦਾ ਹਿੱਸਾ ਰਿਹਾ 2010-2011 ਚ ਜਦੋਂ ਆਧਾਰ ਕਾਰਡ ਬਣਨੇ ਸ਼ੁਰੂ ਹੋਏ ਸੀ, ਤੇ ਉਹ ਇੱਕ ਮਾਸ ਪ੍ਰੋਜੈਕਟ ਸੀ। ਜੀ ਆਪਰੇਟਰਸ ਜਿਹੜੇ ਸੀ ਮਸ਼ੀਨ ਲੈ ਕੇ ਪਿੰਡ ਜਾਂਦੇ ਸੀ, ਕਿਉਂਕਿ ਆਬਾਦੀ ਇੰਨੀ ਜ਼ਿਆਦਾ ਸੀ ਕਿ ਅਦਰਵਾਈਜ਼ ਉਦਾਂ ਆਧਾਰ ਕਾਰਡ ਬਣਾਉਣੇ ਬੜੇ ਮੁਸ਼ਕਲ ਸੀ। ਤੇ ਹੁਣ ਵੀ ਜਿਹੜਾ ਟੀਕਾਕਰਨ ਆ, ਅਸੀਂ ਅਕਸਰ ਗੱਲ ਕਰਦੇ ਆ, ਹੁਣੀ ਗੱਲ ਕੀਤੀ ਆ ਕਿ ਜਿਹੜਾ ਟੀਕਾਕਰਨ ਆ ਉਹੀ ਇਹਦਾ ਹੱਲ ਆ। ਤੇ ਜੇ ਟੀਕਾਕਰਨ ਨੂੰ ਅਸੀਂ ਹਰ ਬੰਦਿਆਂ ਤੱਕ ਪਹੁੰਚਾਉਣਾ ਆ ਤੇ ਇਹੋ ਜਿਹੇ ਮਾਸ ਪ੍ਰੋਜੈਕਟ ਜਿਹੜੇ ਆ ਉਹੀ ਚਲਾਉਣੇ ਪੈਣਗੇ, ਕਿਉਂਕਿ ਸਾਡੇ ਦੇਸ਼ ਦੀ ਆਬਾਦੀ ਇੰਨੀ ਜ਼ਿਆਦਾ ਆ ਤੇ ਜਿਹੜੇ ਸਰਕਾਰੀ ਹੈਲਥ ਸੈਂਟਰ ਨੇ ਜਾਂ ਪ੍ਰਾਈਵੇਟ ਹੈਲਥ ਸੈਂਟਰਸ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਗਿਣਤੀ ਦੀ ਹੀ ਹੈ, ਉਹ ਥੋੜੀ ਆ। ਤੇ ਜੇਕਰ ਇਹੋ ਜਿਹਾ ਕੁਝ ਸਿਸਟਮ ਬਣਾਇਆ ਜਾਂਦਾ ਕਿ ਕਿਤੇ ਕੈਂਪ ਲਾ ਕੇ ਉੱਥੇ ਟੀਕਾਕਰਨ ਜਿਹੜਾ ਕੀਤਾ ਜਾਵੇ, ਉਹ ਹਾਲੇ ਤੱਕ ਤਾਂ ਉਸ ਇੱਕ ਉਮਰ ਦੀ ਗੱਲ ਹੋ ਰਹੀ ਆ ਕਿ 45 ਸਾਲ ਤੋਂ ਉੱਪਰ ਦੀ ਗੱਲ ਕੀਤੀ ਇਹਨਾਂ ਨੇ ਕਿ 11 ਅਪ੍ਰੈਲ ਤੋਂ ਜਿਹੜੇ ਵੀ ਸਰਕਾਰੀ ਜਾਂ ਨਿੱਜੀ ਖੇਤਰ ਦੇ ਦਫ਼ਤਰ ਹੋਣਗੇ ਜਿੱਥੇ 100 ਦੇ ਨੇੜੇ ਤੇੜੇ ਲੋਕਾਂ ਦੀ ਗਿਣਤੀ ਦੱਸੀ ਜਾਂਦੀ ਆ, ਉੱਥੇ ਉਹ ਡੇਟ ਫਿਕਸ ਕਰਕੇ ਤੇ ਉੱਥੇ ਕੈਂਪ ਲਾਉਣਗੇ ਤੇ ਜਿਹੜੇ ਹੈਲਥ ਵਰਕਰਸ ਆ ਉਹ ਆ ਕੇ ਇੰਜੈਕਸ਼ਨ ਲਾਉਣਗੇ, ਵੈਕਸੀਨੇਸ਼ਨ ਜਿਹੜੀ ਉਹ ਕੀਤੀ ਜਾਵੇਗੀ। ਇੱਕ ਚੰਗੀ ਪਹਿਲ ਆ ਤੇ ਇਹਨੂੰ ਬੜੀ ਸਪੀਡ ਨਾਲ ਵਧਾਉਣਾ ਚਾਹੀਦਾ। ਜੀ ਕੁਲਦੀਪ ਜੀ, ਪੰਜਾਬ ਸਰਕਾਰ ਜਿਹੜੀ ਟੀਕਾਕਰਨ ਮੁਹਿੰਮ ਤੇਜ਼ ਕਰ ਰਹੀ ਹੈ, ਕਿੰਨੀ ਕੁ ਸਫਲ ਹੋਵੇਗੀ ਹੈ? ਟੀਕਾਕਰਨ ਮੁਹਿੰਮ ਉਹਨਾਂ ਨੂੰ ਤੇਜ਼ ਕਰਨੀ ਪਏਗੀ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ 2-3 ਮੰਗਾਂ ਉੱਠੀਆਂ ਨੇ ਟੀਕੇ ਨੂੰ ਲੈ ਕੇ। ਜੀ ਟੀਕੇ ਦੇ ਬਾਰੇ ਪੰਜਾਬ ਦੇ ਸਮੇਤ ਮਹਾਰਾਸ਼ਟਰ ਵੀ ਆ, ਰਾਜਸਥਾਨ ਵੀ ਆ, ਇਹਨਾਂ ਸੂਬਿਆਂ ਦੇ ਵਿੱਚੋਂ ਕੁਝ ਆਗੂ ਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਕੇਂਦਰੀ ਸਾਡੀ ਜਿਹੜੀ ਸਰਕਾਰ ਹੈ, ਕੇਂਦਰ ਸਰਕਾਰ, ਉਹਨਾਂ ਤੋਂ ਮੰਗ ਕੀਤੀ ਹੈ ਕਿ ਟੀਕਾਕਰਨ ਦਾ ਜਿਹੜਾ ਸਿਸਟਮ ਹੈ ਇਹਨੂੰ ਬਿਹਤਰ ਬਣਾਉਣ ਲਈ ਇਹਨੂੰ ਜਿਹੜੀ ਹੱਦ ਆ 45 ਸਾਲ ਦੀ ਉਮਰ ਤੇ ਰੋਕੀ ਹੋਈ ਆ ਭਾਰਤ ਸਰਕਾਰ ਨੇ ਕਿ 45 ਸਾਲ ਤੋਂ ਉੱਪਰ ਵਾਲਿਆਂ ਨੂੰ ਲੱਗੇਗਾ, ਜੇ ਕੋਈ ਸੀਰੀਅਸ ਕੇਸ ਹੈ ਤਾਂ ਫਿਰ ਉਸ ਨੂੰ ਥੱਲੇ ਵਾਲੇ ਨੂੰ ਅਸੀਂ ਟੀਕਾ ਲਾਵਾਂਗੇ। ਇਸ ਨੂੰ ਹੱਦ ਨੂੰ ਖਤਮ ਕਰ ਦੇਣਾ ਚਾਹੀਦਾ। ਇਹਦੀਆਂ ਬਾਰੇ ਵੱਖ-ਵੱਖ ਰਾਏ ਨੇ, ਪਰ ਇਹ ਮੰਗਾਂ ਉਹਨਾਂ ਸੂਬਿਆਂ ਵੱਲੋਂ ਆਈਆਂ ਨੇ ਜਿਨ੍ਹਾਂ ਸੂਬਿਆਂ ਦੇ ਵਿੱਚ ਗੈਰ ਭਾਜਪਾ ਸਰਕਾਰਾਂ ਨੇ। ਪੰਜਾਬ ਨੇ ਹਾਲਾਂਕਿ ਇਹ ਗੱਲ ਕੀਤੀ ਹੈ ਕਿ ਤੇਜ਼ੀ ਆਉਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਟੀਕਾਕਰਨ ਦੇ ਵਿੱਚ ਲੋਕਾਂ ਦੀ, ਜਿਵੇਂ ਪਹਿਲਾਂ ਦੱਸਿਆ ਸੀ, ਕਿ ਥੋੜਾ ਜਿਹਾ ਉਹਨਾਂ ਦੇ ਐਪਰੀਹੈਂਸ਼ਨ ਸੀ, ਉਹਨਾਂ ਦੇ ਦਿਮਾਗ ਦੇ ਵਿੱਚ ਕੁਝ ਰਿਜ਼ਰਵੇਸ਼ਨ ਸੀਗੀਆਂ ਕਿ ਲਵਾਉਣਾ ਕਿ ਨਹੀਂ ਲਵਾਉਣਾ। ਕਈ ਵਿਅਕਤੀ ਜੋ ਅੱਜ ਤੋਂ ਮਹੀਨਾ ਪਹਿਲਾਂ ਇਹ ਕਹਿ ਰਹੇ ਸੀ ਕਿ ਮੈਂ ਤਾਂ ਨਹੀਂ ਲਵਾਉਂਦਾ ਟੀਕਾ, ਉਹ ਅੱਜ ਉਹਨਾਂ ਨੇ ਲਗਵਾ ਵੀ ਲਏ ਨੇ ਟੀਕੇ। ਸੋ ਲਗਵਾਉਣੇ ਚਾਹੀਦੇ ਨੇ, ਜਦ ਕਿ ਕੰਪਨੀਆਂ ਵੱਲੋਂ ਵੀ ਇਹ ਗੱਲ ਆਖੀ ਗਈ ਹੈ, ਕੁਝ ਸਿਹਤ ਸੰਗਠਨਾਂ ਵੱਲੋਂ ਵੀ ਗੱਲ ਆਖੀ ਗਈ ਹੈ ਕਿ ਲਵਾਉਣ ਵਿੱਚ ਹੀ ਭਲਾ ਹੈ। ਪੰਜਾਬ ਨੇ 2 ਲੱਖ ਟੀਕੇ ਰੋਜ਼ ਦਾ ਜਿਹੜਾ ਹੈ ਲਾਉਣ ਦਾ ਟੀਚਾ ਮਿਥਿਆ ਹੋਇਆ, ਪਰ ਪਹਿਲੀ ਢਾਹ ਇਹਨੂੰ ਉਦੋਂ ਲੱਗੀ ਸੀ, ਜਿਵੇਂ ਪਹਿਲਾਂ ਦੱਸਿਆ ਸੀ, ਕਿ ਜਦੋਂ ਇਹਨਾਂ ਦੇ ਆਪਣੇ ਅਧਿਕਾਰੀ ਤੇ ਸਿਹਤ ਦੇ ਤੇ ਹੋਰ ਜਿਹੜੇ ਸੀ ਉਹ ਲਾਉਣ ਤੋਂ ਪਾਸਾ ਵੱਟ ਗਏ ਜਾਂ ਮੁੱਕਰ ਗਏ। ਉਹ ਗੱਲ ਮਾੜੀ ਸੀ, ਪਰ ਅਜੇ ਵੀ ਲੋਕਾਂ ਦਾ ਥੋੜਾ ਜਿਹਾ ਇੱਕ ਤੌਖਲਾ ਜਿਹਾ ਹੈ। ਸਰਕਾਰ ਨੂੰ ਉਹ ਖਤਮ ਕਰਨ ਦੀ ਲੋੜ ਹੈ, ਉਹ ਖਤਮ ਕਰ ਲੈਣ ਤੇ ਟੀਕਾਕਰਨ ਮੁਹਿੰਮ ਜਿਹੜੀ ਆ ਆਪਣੇ ਆਪ ਅੱਗੇ ਚੱਲਦੀ ਜਾਵੇਗੀ। ਹਾਂ, ਕੁਝ ਖਾਸ ਜਗ੍ਹਾ ਤੇ ਕਿਵੇਂ ਲਾਉਣੇ ਨੇ, ਜਿਵੇਂ ਦੱਸਿਆ ਅਮਰਤ ਜੀ ਨੇ ਕਿ ਕੁਝ ਸਰਕਾਰੀ ਸੰਸਥਾਨ ਜਾਂ ਗੈਰ ਸਰਕਾਰੀ ਸੰਸਥਾਨ ਜਿੱਥੇ ਕੁਝ ਖਾਸ EMPLOYEES ਦੀ ਗਿਣਤੀ ਇਸ ਇੱਕ ਲੈਵਲ ਤੱਕ ਹੈ, ਉਹਨਾਂ ਨੂੰ ਲਾਉਣੇ ਚਾਹੀਦੇ, ਇਹ ਲਵਾ ਦੇਣੇ ਚਾਹੀਦੇ ਆ। ਇਸ ਨਾਲ ਜੋ ਕਿ ਇਕੱਠੇ ਤੌਰ ਤੇ ਲਾਗ ਫੈਲਦੀ ਆ ਉਸ ਤੋਂ ਫਾਇਦਾ ਹੋਵੇਗਾ। ਜੀ, ਤੇ ਦਿੱਲੀ ਹਾਈ ਕੋਰਟ ਨੇ ਕਰੋਨਾ ਨੂੰ ਲੈ ਕੇ ਹੁਣ ਕਿਹੜਾ ਨਵਾਂ ਫਰਮਾਨ ਜਾਰੀ ਕਰਤਾ ਹੈ? ਦਿੱਲੀ ਹਾਈ ਕੋਰਟ ਨੇ ਕੋਈ ਵੱਡਾ ਫਰਮਾਨ ਨਹੀਂ ਆ, ਬੇਸਿਕਲੀ ਤੇ ਉਸ ਵਿੱਚ ਪਟੀਸ਼ਨ ਸੀ, ਇੱਕ ਵਕੀਲ ਨੇ ਪਾਈ ਹੋਈ ਸੀ ਕਿ ਮੈਂ ਆਪਣੀ ਗੱਡੀ ਦੇ ਵਿੱਚ ਇਕੱਲਾ ਆ ਰਿਹਾ ਸੀ ਤੇ ਪੁਲਿਸ ਨੇ ਮੈਨੂੰ ਰੋਕ ਕੇ ਮੇਰਾ 500 ਰੁਪਏ ਦਾ ਇਸ ਕਰਕੇ ਚਲਾਨ ਕੱਟ ਦਿੱਤਾ ਕਿ ਮੈਂ ਮਾਸਕ ਨਹੀਂ ਪਾਇਆ ਹੋਇਆ। ਜੀ, ਦਿੱਲੀ ਹਾਈ ਕੋਰਟ ਨੇ ਥੋੜਾ ਜਿਹਾ ਗੋਲਮੋਲ ਗੱਲ ਕੀਤੀ ਹੈ, ਪਰ ਕੁਝ ਗੱਲਾਂ ਕਲੀਅਰ ਵੀ ਕੀਤੀਆਂ ਨੇ। ਇੱਕ ਤੇ ਜਿਵੇਂ ਅਮਰਤ ਜੀ ਪਹਿਲਾਂ ਕਹਿ ਰਹੇ ਸੀ ਕਿ ਕਿਵੇਂ ਰਾਤ ਨੂੰ ਵੱਧ ਫੈਲਦਾ ਹੈ, ਮੈਂ ਸਮਝਦਾ ਕਿ ਹੋ ਸਕਦਾ ਹੁਣ ਅਸੀਂ ਕੋਈ ਇਸ ਤਰ੍ਹਾਂ ਦੇ ਮੈਡੀਕਲ ਐਕਸਪਰਟ ਤਾਂ ਨਹੀਂ ਆ ਜਾਂ ਸਰਕਾਰੀ ਤੰਤਰ ਨਾਲ ਜੁੜੇ ਹੋਏ ਲੋਕ ਤਾਂ ਨਹੀਂ ਆ ਜਿਹੜੇ ਇਹਨਾਂ ਗੱਲਾਂ ਪ੍ਰਤੀ ਫੈਸਲੇ ਲੈਂਦੇ ਨੇ ਕਿ ਸਾਨੂੰ ਉਹਦਾ ਪਤਾ ਹੋਵੇ। ਇਸ ਬਾਰੇ ਸਮਝਿਆ ਜਾ ਰਿਹਾ ਹੈ। ਜਿਹੜੀ ਪਹਿਲੀ ਗੱਲ ਹੈ ਕਿ ਰਾਤ ਨੂੰ ਕਰੋਨਾ ਫੈਲਦਾ ਜਾਂ ਨਹੀਂ ਫੈਲਦਾ, ਕਿ ਜਦੋਂ ਲੋਕਾਂ ਨੂੰ ਇੱਕ ਖਾਸ ਕਿਸਮ ਦੇ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਤੁਸੀਂ ਇਸ ਨਿਯਮ ਦੇ ਵਿੱਚ ਵਧਣਾ ਹੈ, ਤੇ ਲੋਕਾਂ ਦੇ ਦਿਮਾਗ ਦੇ ਵਿੱਚੋਂ ਗੱਲ ਘਰ ਕਰ ਜਾਂਦੀ ਹੈ ਕਿ ਇਹ ਵਾਕਈ ਸੀਰੀਅਸ ਗੱਲ ਹੈ ਤੇ ਇਸ ਬਾਰੇ ਥੋੜਾ ਜਿਹਾ ਇhtiyat ਅਸੀਂ ਵਰਤੀਏ ਤੇ ਦੱਸਿਆ ਜਾਵੇ। ਜਿਵੇਂ ਅਮਰਤ ਜੀ ਨੇ ਕਿਹਾ ਕਿ ਜੇ ਰਾਤ ਨੂੰ ਲਾਇਆ ਜਾ ਸਕਦਾ, ਦਿਨੇ ਵੀ ਲੱਗ ਸਕਦਾ, ਤੁਸੀਂ ਥੋੜੀ ਜਿਹੀ ਸਾਵਧਾਨੀ ਵਰਤੋ। ਇਸੇ ਤਰ੍ਹਾਂ ਦਿੱਲੀ ਹਾਈ ਕੋਰਟ ਨੇ ਗੱਲ ਕੀਤੀ ਹੈ ਕਿ ਕਾਰ ਕੋਈ ਤੁਹਾਡੀ ਪ੍ਰਾਈਵੇਟ ਜਗੀਰ ਨਹੀਂ, ਇਹ ਵੀ ਪਬਲਿਕ ਪਲੇਸ ਹੈ। ਭਾਵ ਕਿ ਤੁਸੀਂ ਕਾਰ ਵਿੱਚ ਬੈਠੇ ਹੋ ਬਿਨਾਂ ਮਾਸਕ ਤੋਂ, ਤੁਹਾਡੇ ਮੂੰਹ ਦੇ ਵਿੱਚੋਂ ਕੋਈ ਇਹੋ ਜਿਹੇ ਅੰਸ਼ ਜਿਹੜੇ ਨਿਕਲਦੇ ਨੇ ਜਾਂ ਹਵਾ ਦੇ ਵਿੱਚ ਵਾਇਰਸ ਕੋਈ ਫੈਲਦਾ ਹੈ ਤੇ ਉਹ ਗੱਡੀ ਦੇ ਵਿੱਚ ਮੌਜੂਦ ਰਹਿੰਦਾ, ਕੋਈ ਹੋਰ ਤੀਸਰਾ ਵਿਅਕਤੀ ਆ ਕੇ ਗੱਡੀ 'ਚ ਬੈਠਦਾ ਹੈ ਤੇ ਫਿਰ ਉਸ ਤੇ ਅਸਰ ਹੋਵੇਗਾ, ਜਾਂ ਕੋਈ ਹੋਰ ਡਰਾਈਵਰ ਬੈਠਦਾ। ਜਾਂ ਹੁਣ ਇਹ ਸਾਰੀਆਂ ਗੱਲਾਂ ਤੇ ਹਾਈ ਕੋਰਟ ਨੇ ਕਲੀਅਰ ਨਹੀਂ ਕੀਤੀਆਂ, ਪਰ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਕਿ ਕਾਰ ਨੂੰ ਇੱਕ ਪਬਲਿਕ ਪਲੇਸ ਵਜੋਂ ਟਰੀਟ ਕੀਤਾ ਜਾਵੇ
ਤੇ ਦੂਸਰਾ ਮੈਂ ਇੱਕ ਵਿਅਕਤੀਗਤ ਤੌਰ ਤੇ ਸਮਝਦਾ ਕਿ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਘਾਟ ਹੈ ਜੀ। ਹਰਾਸਮੈਂਟ ਤੋਂ ਲੋਕਾਂ ਨੂੰ ਬਚਾਇਆ ਜਾਵੇ। ਸਰਕਾਰਾਂ ਦੇ ਪੱਕੇ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਨੇ ਕਿ ਭਾਈ ਆਹ ਨਿਯਮ ਹੈ ਜੀ। ਸਾਨੂੰ ਨਹੀਂ ਪਤਾ ਗੱਡੀ ਵਿੱਚ ਤੁਸੀਂ ਇੱਕ ਬੈਠਾ ਹੈ ਕਿ ਡੇਢ ਬੈਠੇ ਹੋ ਕਿ ਦੋ ਆ, ਮਾਸਕ ਪਾਉਣਾ ਤੇ ਪਾਉਣਾ ਜੀ। ਮਾਸਕ ਹੀ ਹੈ ਨਾ, ਕੀ ਸਮੱਸਿਆ ਆਵੇਗੀ ਇਸ ਨਾਲ? ਗਰਮੀਆਂ ਆ ਰਹੀਆਂ ਨੇ, 에ਅਰ ਕੰਡੀਸ਼ਨ ਲੱਗੇ ਹੋਏ ਨੇ ਬਹੁਤ ਸਾਰੀਆਂ ਗੱਡੀਆਂ ਵਿੱਚ, ਤੇ ਮਾਸਕ ਪਾ ਲਓਗੇ ਤੇ ਕੀ ਫਰਕ ਤੇ ਪੈਣਾ? ਨਾਲੇ ਉਹ ਸੁਰੱਖਿਆ ਢਾਲ ਹੈ, ਉਹਨੇ ਸਾਨੂੰ ਹੀ ਬਚਾਉਣਾ ਹੈ। ਬਿਲਕੁਲ। ਸੋ ਉਹਨਾਂ ਨੇ ਗੱਲ ਕੀਤੀ ਹੈ, ਹਾਈ ਕੋਰਟ ਨੇ ਵੀ, ਉਹਨਾਂ ਨੇ ਵੀ ਇਸ ਗੱਲ ਤੇ ਸਟ੍ਰੈਸ ਦਿੱਤਾ ਹੈ। ਪਰ ਇਹ ਦਿੱਲੀ ਹਾਈ ਕੋਰਟ ਦਾ ਨਿਯਮ ਜਿਹੜਾ ਹੈ, ਇਹ ਨੋਟੀਫਿਕੇਸ਼ਨ ਬਣ ਕੇ ਕਦੋਂ ਸਰਕਾਰਾਂ ਦੇ ਤੇ ਲੋਕਾਂ ਤੱਕ ਪਹੁੰਚੇਗਾ ਤੇ ਕਦੋਂ ਉਹ 5-500 ਦੀਆਂ ਪਰਚੀਆਂ ਜਿਹੜੀਆਂ ਹਨ ਪੁਲਿਸ ਵਾਲੇ ਉਹ ਕੱਟਣਾ ਸ਼ੁਰੂ ਕਰਨਗੇ ਲੋਕਾਂ ਦੀਆਂ। ਤੇ ਪੰਜਾਬ ਦੇ ਡੀਜੀਪੀ ਨੇ ਤਾਂ ਅੰਕੜੇ ਜਾਰੀ ਕੀਤੇ ਨੇ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ 3.25 ਕਰੋੜ ਰੁਪਇਆ ਇਕੱਠਾ ਕੀਤਾ ਹੈ ਇਸ ਤਰ੍ਹਾਂ ਜੁਰਮਾਨੇ ਕਰਕੇ। ਬਹੁਤ ਵੱਡੀ ਰਾਸ਼ੀ ਹੈ। ਕਿਉਂ ਜੁਰਮਾਨੇ ਦੇਣੇ ਨੇ? ਮਾਸਕ ਪਾਉਣ ਨੂੰ ਕੀ ਜ਼ੋਰ ਲੱਗਦਾ ਹੈ? ਜੀ। ਤੁਸੀਂ ਸਿੰਪਲ ਜਿਹਾ ਮਾਸਕ ਵੀ ਕੋਈ ਲੈ ਲਓ, ਘਰ ਬਣਵਾ ਲਓ ਕਾਟਨ ਦਾ ਜਾਂ ਕਿਸੇ ਹੋਰ ਚੀਜ਼ ਦਾ, ਤੁਸੀਂ ਉਹ ਪਾ ਸਕਦੇ ਹੋ। ਮੈਂ ਸਮਝਦਾ ਕਿ ਹਾਈ ਕੋਰਟ ਨੇ ਕੋਈ ਬਹੁਤ ਵੱਡੀ ਕੋਈ ਇਹੋ ਜਿਹੀ ਗੱਲ ਨਹੀਂ ਕਰ ਦਿੱਤੀ। ਸਾਨੂੰ ਖੁਦ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ, ਜੇ ਮਾਸਕ ਪਾ ਲਵਾਂਗੇ ਤਾਂ ਸਾਨੂੰ ਇੱਕ ਖਾਸ ਕਿਸਮ ਦੀ ਸਾਡੀ ਜੋ ਇੱਕ ਕੰਪਲੈਕਸ ਹੁੰਦਾ ਸਾਡੇ, ਕਿ ਅਸੀਂ ਦੇਖਣ ਨੂੰ ਕਿਹੋ ਜਿਹੇ ਲੱਗਾਂਗੇ। ਕਿਉਂਕਿ ਬਹੁਤ ਸਾਰੇ ਵਿਅਕਤੀਆਂ ਨੇ ਮੈਂ ਦੇਖਿਆ ਗੱਡੀਆਂ ਦੇ ਸ਼ੀਸ਼ੇ ਜਾਂ 2 ਵੀਲਰ ਬਾਈਕ ਦੇ ਸ਼ੀਸ਼ੇ ਉਹ ਪਿਛਲੀ ਟ੍ਰੈਫਿਕ ਤੇ ਕਰਨ ਦੀ ਬਜਾਏ ਉਹਨਾਂ ਨੇ ਆਪਣੇ ਮੂੰਹ ਵੱਲ ਜੀ। ਜੇ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ, ਸੋ ਉਸ ਗੱਲ ਤੋਂ ਬਚਣਾ ਚਾਹੀਦਾ, ਮਾਸਕ ਪਾ ਲੈਣਾ ਚਾਹੀਦਾ ਹੈ। ਹਾਈ ਕੋਰਟ ਦਾ ਆਦੇਸ਼ ਹੋਵੇ ਜਾਂ ਨਾ ਹੋਵੇ, ਹਾਂ ਸਰਕਾਰਾਂ ਦੀ ਡਿਊਟੀ ਇਹ ਹੈ ਕਿ ਦਿਸ਼ਾ ਨਿਰਦੇਸ਼ ਬਿਲਕੁਲ ਕਲੀਅਰ ਹੋਣੇ ਚਾਹੀਦੇ। ਜੀ। ਸ਼ਰਮਾ ਜੀ, ਜਿਵੇਂ ਕੁਲਦੀਪ ਜੀ ਗੱਲ ਕਰ ਰਹੇ ਸੀ ਕਿ ਟੀਕਾਕਰਨ ਦੀ ਆਪਾਂ ਗੱਲ ਕਰ ਰਹੇ ਸੀ, ਤੇ ਲੋਕਾਂ ਨੂੰ ਸਰਕਾਰੀ ਸਿਹਤ ਤੰਤਰ ਤੇ ਯਕੀਨ ਨਹੀਂ ਹੈਗਾ ਕਿ ਉਹ ਇਨੀਸ਼ੀਏਟਿਵ ਨਹੀਂ ਲੈ ਰਹੇ ਟੀਕਾ ਲਵਾਉਣ ਦਾ। ਬਿਲਕੁਲ ਠੀਕ ਗੱਲ ਹੈ ਜੀ। ਹਾਲੇ ਵੀ ਜਿਹੜੇ ਲੋਕ ਆ ਉਹ ਇਸ ਗੱਲ ਤੋਂ ਡਰਦੇ ਆ ਕਿ ਅਸੀਂ ਟੀਕਾ ਲਵਾਈਏ ਕਿ ਨਾ ਲਵਾਈਏ, ਜਿੱਦਾਂ ਇਹਨਾਂ ਨੇ ਗੱਲ ਕੀਤੀ। ਮੈਨੂੰ ਇਹਦੇ 'ਚ ਇਹਨਾਂ ਦੀ ਜਿਹੜੀ ਕੁਲਦੀਪ ਜੀ ਦੀ ਗੱਲ ਦੇ ਵਿੱਚ ਇੱਕ ਗੱਲ ਲੱਗਦੀ ਸੀ, ਸਾਨੂੰ ਅਕਸਰ ਦਿਸ਼ਾ ਨਿਰਦੇਸ਼ਾਂ ਨੂੰ ਤੋੜ ਕੇ ਜ਼ਿਆਦਾ ਚੰਗਾ ਲੱਗਦਾ ਜੀ। ਅਸੀਂ ਸੀਟ ਬੈਲਟ ਵੀ ਉਦੋਂ ਲਾਉਂਦੇ ਹਾਂ ਜਦੋਂ ਅੱਗੇ ਕਿਤੇ ਪੁਲਿਸ ਵਾਲਾ ਖੜਾ ਦੇਖ ਲਈਏ, ਤੇ ਹੈਲਮਟ ਵੀ ਅਸੀਂ ਬਾਂਹ 'ਚ ਪਾ ਕੇ ਰੱਖਦੇ ਹਾਂ, ਤੇ ਜਦੋਂ ਕਿਤੇ ਲੋੜ ਹੋਵੇ ਫੇਰ ਹੀ ਲਾਉਨੇ ਆ। ਤੇ ਇਹ ਹਾਲਾਤ ਹੁਣ ਮਾਸਕ ਦੇ ਵੀ ਬਣ ਗਏ। ਉਹ ਵਕੀਲ ਸਾਹਿਬ ਨੇ, ਪੜ੍ਹੇ ਲਿਖੇ ਲੋਕ ਨੇ, ਹਾਈ ਕੋਰਟ 'ਚ ਉਹਨਾਂ ਨੇ ਕੇਸ ਪਾਇਆ, ਉਹਨਾਂ ਨੂੰ ਤਾਂ ਜੁਰਮਾਨਾ ਹੋਣਾ ਚਾਹੀਦਾ ਇਸ ਗੱਲ ਦਾ। ਪਹਿਲਾਂ ਤੁਸੀਂ ਕਿਉਂ ਹਾਈ ਕੋਰਟ ਦਾ ਟਾਈਮ ਖਰਾਬ ਕਰਦੇ ਇਸ ਗੱਲ ਨੂੰ? ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਦੋਂ ਮੇਰਾ ਚਲਾਨ ਉਦੋਂ ਕੱਟਿਆ ਗਿਆ ਜਦੋਂ ਇਸ ਗੱਲ ਤੇ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਨਹੀਂ ਸੀਗੇ ਕਿ ਇਸ ਤਰ੍ਹਾਂ ਕਿਸੇ ਦਾ ਚਲਾਨ ਕੱਟਿਆ ਜਾਵੇ। ਬਿਲਕੁਲ ਠੀਕ ਗੱਲ ਹੈ, ਕਾਨੂੰਨੀ ਤੌਰ ਤੇ ਸਹੀ। ਉਹ ਵਕੀਲ ਨੇ ਨਾ, ਪਰ ਕਾਨੂੰਨ ਜਦੋਂ ਕਰੋਨਾ ਆਊਗਾ ਉਹ ਫਿਰ ਕਾਨੂੰਨੀ ਤੌਰ ਤੇ ਨਹੀਂ ਆਊਗਾ। ਬਿਲਕੁਲ ਸਹੀ ਗੱਲ ਹੈ ਸਵਲੀਨ ਜੀ। ਗੱਲ ਸਰਕਾਰੀ ਸਿਹਤ ਤੰਤਰ ਦੀ ਜਦੋਂ ਅਸੀਂ ਕਰਦੇ ਹਾਂ, ਤੁਸੀਂ ਅੱਜ ਦੀ ਡੇਟ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਕਿਸੇ ਵੀ ਬਲਾਕ ਦੇ ਕਿਸੇ ਸਰਕਾਰੀ ਹਸਪਤਾਲ 'ਚ ਜਾ ਕੇ ਦੇਖ ਲਓ, ਤੇ ਤੁਹਾਡਾ ਜੇ ਯਕੀਨ ਥੋੜਾ ਬਹੁਤ ਹੈਗਾ ਤੇ ਉਹ ਵੀ ਟੁੱਟ ਜਾਂਦਾ ਜੀ। ਕਿਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੇ ਸਰਕਾਰੀ ਜਿਹੜੇ ਹਸਪੀਟਲ ਚੱਲ ਰਹੇ ਨੇ, ਉਹ ਤਾਂ ਇਦਾਂ ਲੱਗਦਾ ਕਿ ਇਦਾਂ ਆਪ ਬਿਮਾਰ ਨੇ। ਆਉਂਦੇ ਜਾਂਦੇ ਅਖਬਾਰਾਂ 'ਚ ਖਬਰਾਂ ਇਹੋ ਜਿਹੀਆਂ ਆਉਂਦੀਆਂ ਰਹਿੰਦੀਆਂ ਕਿ ਫਲਾਣੇ ਜ਼ਿਲ੍ਹੇ ਦਾ ਜਿਹੜਾ ਹਸਪਤਾਲ ਹੈ ਉਹ ਬਿਮਾਰ ਆ। ਤੇ ਸਟਾਫ ਦੀ ਕਿੰਨੀ ਕਮੀ ਆ, ਸਾਧਨਾਂ ਦੀ ਕਿੰਨੀ ਜ਼ਿਆਦਾ ਕਮੀ ਆ। ਇਸੇ ਕਰਕੇ ਸਾਨੂੰ ਜਿਹੜੇ ਆ ਬਹੁਤ ਸਾਰੀ ਛੋਟੇ ਇਲਾਜਾਂ ਲਈ ਵੀ, ਕਈ ਵਾਰੀ ਛੋਟੇ ਇਲਾਜ ਲਈ ਵੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਹਿੰਗੇ ਬਿੱਲ ਜਿਹੜੇ ਆ ਉਤਾਰਨੇ ਪੈਂਦੇ ਤੇ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਗੱਲ ਹੋ ਗਈ ਜੋ ਕਿ ਸਰਕਾਰੀ ਹਸਪਤਾਲ 'ਚ ਤਾਂ ਅਸੀਂ ਉਦੋਂ ਹੀ ਜਾਂਦੇ ਹਾਂ ਜਦੋਂ MLR ਕਟਾਉਣੀ ਹੁੰਦੀ ਹੈ ਕਿਸੇ ਲੜਾਈ ਝਗੜੇ ਦੇ ਕੇਸ ਦੇ ਵਿੱਚ। ਤੇ ਸਰਕਾਰੀ ਤੰਤਰ ਦੇ ਵਿੱਚ ਜਦੋਂ ਆਪਰੇਸ਼ਨ ਕਰਦੇ ਆ ਤੇ ਬਹੁਤ ਸਾਰੀਆਂ ਬੇਨਿਯਮੀਆਂ ਸਾਡੇ ਸਾਹਮਣੇ ਆਉਂਦੀਆਂ। ਤੇ ਉਸ ਚੀਜ਼, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਦੋਂ ਸਰਕਾਰ ਤੰਤਰ ਦੀ ਗੱਲ ਕਰਦੇ, ਫਿਰ ਭਰੋਸਾ ਲੋਕਾਂ ਦਾ ਕਿਵੇਂ ਬਣੇਗਾ? ਕਈ ਵਾਰੀ ਲਾਪਰਵਾਹੀ ਦੀ ਵੀ ਹੱਦ ਕਰ ਦਿੰਦੇ ਨੇ। ਪਿੱਛੇ ਜੇ ਇੱਕ ਨਰਸ ਫੋਨ ਚਲਾ ਰਹੀ ਸੀ ਤੇ ਇੱਕੋ ਹੀ ਬੰਦੇ ਨੂੰ 2 ਵਾਰੀ ਇਹਨੇ ਕਰੋਨਾ ਦਾ ਟੀਕਾ ਲਾਤਾ ਸੀ। ਬਿਲਕੁਲ। ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਐਸਟਰਾਜ਼ੇਨੇਕਾ ਟੀਕੇ ਦਾ ਕੀ ਰੌਲਾ ਰੱਪਾ ਪੈ ਗਿਆ ਹੁਣ? 3-4 ਕੰਪਨੀਆਂ ਨੇ ਦੁਨੀਆ ਦੇ ਵਿੱਚ। ਐਸਟਰਾਜ਼ੇਨੇਕਾ ਹੈ, ਮੋਡਰਨਾ ਹੈ, ਫਾਈਜ਼ਰ ਹੈ ਤੇ ਜੌਨਸਨ ਐਂਡ ਜੌਨਸਨ ਦਾ। ਜੌਨਸਨ ਐਂਡ ਜੌਨਸਨ ਦੇ ਟੀਕੇ ਬਾਰੇ ਇਹ ਗੱਲ ਆਖੀ ਜਾ ਰਹੀ ਕਿ ਇੱਕੋ ਹੀ ਲੱਗੇਗਾ, ਦੂਸਰੀ ਡੋਜ਼ ਦੀ ਲੋੜ ਨਹੀਂ ਹੈ। ਕੈਨੇਡਾ ਦੇ ਵਿੱਚ ਟੀਕਾ ਗਿਆ ਸੀ ਭਾਰਤ ਦਾ ਜੀ, ਤੇ ਉੱਥੇ ਇੱਕ ਬੋਰਡ ਵੀ ਸਾਹਮਣੇ ਆਏ ਸੀ ਕਿ ਇੱਥੇ ਲੱਗੇ ਹੋਏ ਨੇ ਵੱਡੇ ਬੋਰਡ ਸੜਕਾਂ ਦੇ ਉੱਪਰ, ਤੇ ਇਲੈਕਟ੍ਰੋਨਿਕ ਬੋਰਡ ਆ, ਤੇ ਜਿਸ ਵਿੱਚ ਧੰਨਵਾਦ ਕੀਤਾ ਗਿਆ ਨਰਿੰਦਰ ਮੋਦੀ ਦਾ ਕੈਨੇਡਾ ਵੱਲੋਂ ਕਿ ਉਹਨਾਂ ਨੇ ਸਾਨੂੰ ਟੀਕੇ ਦਿੱਤੇ ਨੇ। ਉਹ ਬਾਅਦ ਵਿੱਚ ਇੱਕ ਸੰਸਥਾ ਜਿਹੜੀ ਹਿੰਦੂ ਫੋਰਮ ਆਫ ਕੈਨੇਡਾ ਹੈ, ਉਹਨਾਂ ਵੱਲੋਂ ਉਹ ਸਾਹਮਣੇ ਆਇਆ ਕਿ ਉਹਨਾਂ ਨੇ ਸਪਾਂਸਰ ਕੀਤਾ ਸੀ ਬੋਰਡ ਜੀ। ਮੈਂ ਇੱਕ ਵਾਰੀ ਫਿਰ ਦੱਸ ਦੇਵਾਂ, ਪਹਿਲਾਂ ਵੀ ਦੱਸਿਆ ਸੀ, ਇਹ ਟੀਕੇ ਮੁਫਤ ਨਹੀਂ ਦਿੱਤੇ ਜਾ ਰਹੇ, ਨਾ ਕਿਸੇ ਸਰਕਾਰੀ ਸੰਸਥਾ ਨੇ ਬਣਾਏ ਨੇ ਜੀ। ਸੀਰਮ ਇੰਸਟੀਚਿਊਟ ਆਫ ਇੰਡੀਆ ਹੈ, ਉਹਦਾ ਨਾਂ ਜ਼ਰੂਰ ਸੀਰਮ ਇੰਸਟੀਚਿਊਟ ਹੈ, ਪ੍ਰਾਈਵੇਟ ਕੰਪਨੀ ਹੈ। ਆਧਾਰ ਪੂਨੇ ਵਾਲਾ ਉਸਦੇ ਮਾਲਕ ਨੇ, CEO ਨੇ ਜੀ। ਦੁਨੀਆ ਦੇ ਵਿੱਚ ਸਭ ਤੋਂ ਵੱਧ ਟੀਕੇ ਬਣਾਉਣ ਵਾਲੀ ਕੰਪਨੀ ਜਿਹੜੀ ਹੈ, ਉਹਦੇ ਉਹ ਮਾਲਕ ਨੇ ਇਸ ਵੇਲੇ। ਉਹਨਾਂ ਨੇ ਇਹ ਗੱਲ ਆਖੀ ਸੀ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਹ ਟੀਕਾ ਬਣਾਉਣਾ ਸ਼ੁਰੂ ਕਿਵੇਂ ਕੀਤਾ ਤੇ ਦਿਮਾਗ ਵਿੱਚ ਕਿਵੇਂ ਆਈ ਜੀ, ਉਹ ਕਹਿੰਦੇ ਜੀ ਕਿ ਆਕਸਫੋਰਡ ਜਿਹੜੀ ਯੂਨੀਵਰਸਿਟੀ ਹੈ, ਉਹ ਐਸਟਰਾਜ਼ੇਨੇਕਾ ਕੰਪਨੀ ਦੇ ਨਾਲ ਮਿਲ ਕੇ ਰਿਸਰਚ ਕਰ ਰਹੀ ਸੀ ਟੀਕੇ ਤੇ
ਤੇ ਅਸੀਂ ਸਾਡਾ ਪੁਰਾਣਾ ਐਕਸਪੀਰੀਅੰਸ ਇਹ ਦੱਸਦਾ ਸੀ ਕਿ ਆਕਸਫੋਰਡ ਦਾ ਜਿਹੜਾ ਰਿਸਰਚ ਬਹੁਤ ਸੋਹਣੀ ਹੈ ਤੇ ਵਧੀਆ ਕੰਮ ਕਰਦੇ ਨੇ ਤੇ ਉਹ ਵਧੀਆ ਟੀਕਾ ਲੈ ਕੇ ਆਉਣਗੇ। ਅਸੀਂ ਗੱਲ ਤੇ ਯਕੀਨ ਰੱਖਿਆ ਤੇ ਅਸੀਂ ਉਹਨਾਂ ਨਾਲ ਕੰਟਰੈਕਟ ਕਰ ਲਿਆ ਤੇ ਅਸੀਂ ਉਹਨਾਂ ਦਾ ਪੇਟੈਂਟ ਵਰਤ ਕੇ ਖਰੀਦ ਕੇ ਉਹਨਾਂ ਤੋਂ ਤੇ ਅਸੀਂ ਹੁਣ ਟੀਕਾ ਦੁਨੀਆ ਭਰ ਨੂੰ ਦੇ ਰਹੇ ਹਾਂ ਜੀ। ਕੈਨੇਡਾ ਨੂੰ ਵੀ ਉਹੀ ਟੀਕੇ ਗਏ, ਹੋਰ ਮੁਲਕਾਂ ਨੂੰ ਵੀ ਜਾ ਰਹੇ ਹਨ, ਪਾਕਿਸਤਾਨ ਨੂੰ ਵੀ ਦੱਸਿਆ ਜਾ ਰਿਹਾ ਕਿ ਟੀਕੇ ਜਾ ਰਹੇ ਨੇ, ਵੇਚੇ ਜਾ ਰਹੇ ਨੇ ਦੁਨੀਆ ਭਰ ਨੂੰ ਜੀ। ਤੇ ਆਧਾਰ ਪੁਣੇ ਵਾਲਿਆਂ ਨੇ ਪਿੱਛੇ ਜਾ ਇੱਕ ਹੋਰ ਗੱਲ ਕੀਤੀ। ਉਹਨਾਂ ਨੇ ਗੱਲ ਕੀਤੀ ਕਿ ਵੈਕਸੀਨੇਸ਼ਨ ਨੈਸ਼ਨਲਿਜ਼ਮ, ਟੀਕਾਕਰਨ ਦਾ ਰਾਸ਼ਟਰਵਾਦ ਜਿਹੜਾ ਹੈ ਇਹ WHO ਦੇ ਜਿਹੜੇ ਅਪਣਾਏ ਗਏ ਜਾਂ ਮਿੱਥੇ ਗਏ ਟੀਚੇ ਹਨ ਉਹਨਾਂ ਤੱਕ ਪਹੁੰਚਣ ਦੇ ਰਾਹ ਵਿੱਚ ਰੁਕਾਵਟ ਪੈਦਾ ਕਰ ਰਿਹਾ ਜੀ। ਹੁਣ ਮੈਂ ਇਸ ਨੂੰ ਐਕਸਪਲੇਨ ਕਰ ਦੇਵਾਂ ਕਿ ਵੈਕਸੀਨੇਸ਼ਨ ਨੈਸ਼ਨਲਿਜ਼ਮ ਕੀ ਹੈ। ਉਹ ਕਹਿ ਰਹੇ ਨੇ ਕਿ ਭਾਰਤ ਤੇ USA, ਉਹਨਾਂ ਨੇ ਦੋ ਦੇਸ਼ਾਂ ਦੇ ਨਾਮ ਲੈ ਕੇ ਭਾਰਤ ਤੇ ਅਮਰੀਕਾ ਅਜਿਹੇ ਦੇਸ਼ ਹਨ ਜਿਹੜੇ ਚਾਹੁੰਦੇ ਹਨ ਕਿ ਪਹਿਲਾਂ ਉਹਨਾਂ ਦੇ ਦੇਸ਼ ਦੇ ਵਾਸੀਆਂ ਨੂੰ ਇਹ ਟੀਕੇ ਲੱਗਣ ਤੇ ਫਿਰ ਦੂਸਰੀ ਦੁਨੀਆ, ਤੀਸਰੀ ਦੁਨੀਆ ਦੇ ਜਿਹੜੇ ਅਫਰੀਕਾ ਦੇ ਗਰੀਬ ਮੁਲਕ ਹਨ ਜਾਂ ਏਸ਼ੀਆ ਦੇ ਜਿਹੜੇ ਗਰੀਬ ਮੁਲਕ ਨੇ ਉਹਨਾਂ ਵਿੱਚ ਫਿਰ ਇਹ ਦਿੱਤੇ ਜਾਣ ਜੀ। ਤੇ ਵਿਸ਼ਵ ਸਿਹਤ ਸੰਗਠਨ WHO ਨੇ ਟੀਚਾ ਰੱਖਿਆ ਹੋਇਆ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਸ ਮਹੀਨੇ ਤੱਕ ਇੰਨੇ ਟੀਕੇ ਲੱਗ ਜਾਣੇ ਚਾਹੀਦੇ ਨੇ ਤੇ ਫਿਰ ਬਿਮਾਰੀ ਤੇ ਪੱਕੀ ਤਰ੍ਹਾਂ ਤੇ ਕਾਬੂ ਹੋਵੇਗਾ ਜੀ। ਸੋ ਉਹਨਾਂ ਨੇ ਇਹ ਗੱਲ ਆਖੀ, ਉਹਨਾਂ ਦੇ ਬਿਜ਼ਨਸ ਪੁਆਇੰਟ ਆਫ View ਤੋਂ ਲਈਏ ਤੇ ਉਹਨਾਂ ਨੇ ਇਹ ਗੱਲ ਆਖੀ ਕਿ ਸਾਨੂੰ ਬਾਹਰ ਟੀਕੇ ਵੇਚਣ ਤੋਂ ਰੋਕਿਆ ਜਾ ਰਿਹਾ ਹੈ ਤੇ ਸਾਡਾ ਬਿਜ਼ਨਸ ਉਹਨਾਂ ਐਕਸਪੈਂਡ ਨਹੀਂ ਕਰ ਰਿਹਾ ਜੀ। ਦੂਸਰੇ ਪਾਸੇ ਉਹਨਾਂ ਨੇ ਗੱਲ WHO ਦੀ ਕੀਤੀ ਹੈ ਕਿ ਉਹਨਾਂ ਦੇ ਮਾਪਦੰਡ ਤੇ ਫਿਰ ਅਸੀਂ ਪੂਰੇ ਨਹੀਂ ਉਤਰਾਂਗੇ, ਉਹਨੇ ਟੀਕੇ ਦੁਨੀਆ ਦੇ ਵਿੱਚ ਨਹੀਂ ਲੱਗ ਸਕਣਗੇ ਜੀ। ਹੁਣ ਐਸਟਰਾਜ਼ੈਨੇਕਾ ਦਾ ਟੀਕੇ ਦਾ ਸਭ ਤੋਂ ਵੱਧ ਦੁਨੀਆ ਦੇ ਵਿੱਚ ਪਸਾਰ ਹੋਇਆ, ਇਸ ਵਿੱਚ ਕੋਈ ਸ਼ੱਕ ਨਹੀਂ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਗਏ ਨੇ। ਕੋਵਿਸ਼ੀਲਡ ਦੇ ਨਾਂ ਹੇਠ ਭਾਰਤ ਵਿੱਚ ਵੀ ਇਹ ਲਾਇਆ ਜਾ ਰਿਹਾ। ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੈ ਤੇ ਪ੍ਰਾਈਵੇਟ ਦੇ ਵਿੱਚ 250 ਰੁਪਇਆ ਦੇਣਾ ਪੈ ਰਿਹਾ। ਭਾਰਤ ਨੇ ਇੱਕ ਹੋਰ ਟੀਕਾ ਵਿਕਸਿਤ ਕੀਤਾ ਸੀ, ਭਾਰਤ ਬਾਇਓਟੈਕ ਦਾ ਕੋਵੈਕਸਿਨ। ਉਹ ਪਤਾ ਨਹੀਂ ਕਿੱਥੇ ਲੱਗ ਰਿਹਾ ਤੇ ਕਿਹਦੇ ਲੱਗ ਰਿਹਾ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ। ਉਹ ਸ਼ਾਇਦ ਘੱਟ ਜਾਂ ਬਹੁਤ ਘੱਟ ਜਾਂ ਨਹੀਂ ਲਾਇਆ ਜਾ ਰਿਹਾ। ਤੇ ਬਾਬੇ ਰਾਮਦੇਵ ਦੇ ਟੀਕੇ ਬਾਰੇ ਮੈਨੂੰ ਵੀ ਨਹੀਂ ਪਤਾ, ਮੈਨੂੰ ਕੁਝ ਨਹੀਂ ਪਤਾ ਜੀ। ਹਾਂਜੀ, ਉਹ ਰਾਮਦੇਵ ਨੂੰ ਵੀ ਨਹੀਂ ਪਤਾ ਜੀ। ਤੇ ਐਸਟਰਾਜ਼ੈਨੇਕਾ ਦਾ ਜਿਹੜਾ ਟੀਕਾ ਹੈ ਇਸ ਦੇ ਬਾਰੇ ਥੋੜਾ ਜਿਹਾ ਰੌਲਾ ਜਿਹੜਾ ਸੀ ਉਹ ਕੁਝ ਮੁਲਕਾਂ ਤੋਂ ਉੱਠਣਾ ਸ਼ੁਰੂ ਹੋਇਆ, ਅਮਰੀਕਾ ਦੇ ਵਿੱਚ ਵੀ ਤੇ ਕੈਨੇਡਾ ਵਿੱਚ ਵੀ। ਉੱਥੋਂ ਇਹ ਕੈਨੇਡਾ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਟੀਕਾ ਨਹੀਂ ਲਾਵਾਂਗੇ, ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਕਲੌਟਿੰਗ ਹੋ ਰਹੀ ਹੈ, ਖੂਨ ਦੇ ਥੱਕੇ ਜਿਹਨੂੰ ਪੰਜਾਬੀ ਵਿੱਚ ਕਹਿ ਸਕਦੇ ਕਿ ਉਹ ਜੰਮ ਜਾਂਦੇ ਨੇ ਤੇ ਇਸ ਦੇ ਨਾਲ ਕਈ ਲੱਖਾਂ ਦੇ ਵਿੱਚੋਂ ਹੋ ਸਕਦਾ ਹੈ ਕਿ 5-7 ਮੌਤਾਂ ਹੋਈਆਂ ਹੋਣ, ਹੋ ਸਕਦਾ ਹੈ। ਹੁਣ ਯੂਰਪੀਅਨ ਜਿਹੜਾ ਵਿਸ਼ਵ ਉਹਨਾਂ ਦਾ ਸਿਹਤ ਸੰਗਠਨ ਹੈ, ਯੂਰਪ ਨੇ ਵੀ ਰੋਕ ਲਾਈ। ਹੁਣ ਇੰਗਲੈਂਡ ਵਾਲਿਆਂ ਨੇ, ਬ੍ਰਿਟਨ ਵਾਲਿਆਂ ਨੇ ਕਹਿ ਦਿੱਤਾ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟਰਾਜ਼ੈਨੇਕਾ ਦਾ ਟੀਕਾ ਅਸੀਂ ਨਹੀਂ ਲਾਵਾਂਗੇ, ਉਹਨਾਂ ਨੂੰ ਮਾਡਰਨਾ ਜਾਂ ਫਾਈਜ਼ਰ ਦਾ ਲਾਵਾਂਗੇ ਜੋ ਕਿ ਥੋੜਾ ਜਿਹਾ ਘੱਟ ਹੈ ਸਾਡੇ ਕੋਲ, ਪਰ ਐਸਟਰਾਜ਼ੈਨੇਕਾ ਦਾ ਟੀਕਾ ਕਾਫੀ ਆ। ਉਹ ਤੋਂ ਉੱਪਰਲੀ ਉਮਰ ਵਾਲਿਆਂ ਨੂੰ ਅਸੀਂ ਐਸਟਰਾਜ਼ੈਨੇਕਾ ਦਾ ਟੀਕਾ ਹੀ ਲਾਵਾਂਗੇ ਜੀ। ਹੁਣ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਕਿ ਜਿਹੜੇ ਟੀਕਿਆਂ ਨਾਲ ਸ਼ਾਇਦ ਸਮੱਸਿਆ ਆਈ ਹੋਵੇ ਉਹ ਭਾਰਤ ਵਿੱਚ ਨਹੀਂ ਬਣੇ ਸਨ, ਉਹ ਯੂਰਪ ਦੇ ਵਿੱਚੋਂ ਹੀ ਐਸਟਰਾਜ਼ੈਨੇਕਾ ਦੇ ਟੀਕੇ ਬਣੇ ਸਨ। ਐਸਟਰਾਜ਼ੈਨੇਕਾ ਦੇ ਟੀਕੇ ਕੁਝ ਉਧਰ ਬਣਾਏ ਜਾਣੇ ਤੇ ਬਹੁਤੇ ਭਾਰਤ ਵਿੱਚ ਜੀ। ਸੋ ਸਮੱਸਿਆ ਭਾਰਤ ਵਾਲਿਆਂ ਵਿੱਚ ਨਹੀਂ ਆਈ। ਫਿਰ ਇਹ ਸੰਬੰਧ ਸਥਾਪਿਤ ਨਹੀਂ ਹੋ ਰਿਹਾ ਸੀ ਕਿ ਕੀ ਇਹ ਜਿਹੜੇ ਕਿਸੇ ਕਲੌਟਿੰਗ ਹੋਈ ਹੈ ਇਹ ਐਸਟਰਾਜ਼ੈਨੇਕਾ ਦੇ ਟੀਕੇ ਨਾਲ ਹੋ ਰਹੀ ਹੈ ਕਿਸੇ ਹੋਰ ਕਾਰਨ ਕਰਕੇ। ਪਰ ਹੁਣ ਪਿਛਲੇ 1-2 ਦਿਨਾਂ ਦੇ ਵਿੱਚ ਯੂਰਪੀਅਨ ਸੰਗਠਨ ਨੇ ਇਹ ਗੱਲ ਆਖ ਦਿੱਤੀ ਹੈ ਕਿ ਵਾਕਿਆ ਹੀ ਇਹ ਉਹਨਾਂ ਟੀਕਿਆਂ ਨਾਲ ਹੀ ਹੈ ਜੀ। ਪਰ ਨਾਲ ਦੀ ਨਾਲ ਉਹਨਾਂ ਨੇ ਗੱਲ ਸਪਸ਼ਟ ਤੌਰ ਤੇ ਆਖ ਦਿੱਤੀ ਹੈ ਕਿ ਇਹ ਥੋੜਾ ਜਿਹਾ ਰਿਸਕ ਹੈ, ਐਵੇਂ ਇਹ ਹਰ ਇੱਕ ਟੀਕੇ ਦੇ ਵਿੱਚ ਹੁੰਦਾ ਹੈ ਜੀ। ਤੇ ਪਰ ਇਸ ਦੇ ਰਿਸਕ ਦੇ ਮੁਕਾਬਲੇ ਇਸ ਦੇ ਫਾਇਦੇ ਜਿਹੜੇ ਨੇ ਬਹੁਤ ਜ਼ਿਆਦਾ ਨੇ। ਇਸ ਕਰਕੇ ਬਿਨਾਂ ਜਿਹੜੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ, ਬਿਨਾਂ ਸੋਚੇ ਸਮਝੇ, ਹੋਰ ਜ਼ਿਆਦਾ ਵੇਟ ਕੀਤੇ ਤੋਂ ਬਿਨਾਂ ਇਹ ਟੀਕਾ ਲਗਵਾ ਲੈਣਾ ਚਾਹੀਦਾ। ਸੋ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ। ਹੁਣ ਭਾਰਤ ਦੇ ਵਿੱਚ ਲੱਗ ਰਹੇ ਨੇ, ਭਾਰਤ ਵਿੱਚ ਵੀ ਇਹੋ ਟੀਕਾ ਲੱਗ ਰਿਹਾ। ਹੁਣ ਇਸ ਦੇ ਬਾਰੇ ਭਾਰਤ ਦੇ ਵਿੱਚ ਜਿਹੜੀ ਮੰਗ ਕੀਤੀ ਗਈ ਸੀ ਕਿ ਉਮਰ ਦੀ ਹੱਦ ਖਤਮ ਕਰ ਦਿਓ, ਇਸ ਬਾਰੇ 4-5 ਮੁੱਦੇ ਜਿਹੜੇ ਨੇ ਉਹ ਸਾਹਮਣੇ ਆਏ ਨੇ। ਇੱਕ ਤੇ ਗੱਲ ਇਹ ਆਈ ਕਿ ਉਸ ਟੀਕਾਕਰਨ ਦੀ ਕਹਤੇ ਕਿ ਨਵਾਂ ਟੀਕਾ ਹੈ, ਵਿਕਸਿਤ ਹੋਣ ਨੂੰ ਟਾਈਮ ਲੱਗੇਗਾ ਤੇ ਜੇ ਸਾਰਿਆਂ ਨੂੰ ਖੋਲ ਦਿੱਤਾ ਤੇ ਮੰਗ ਇੰਨੀ ਜ਼ਿਆਦਾ ਵੱਧ ਜਾਵੇਗੀ ਕਿ ਇਸ ਦੀ ਮੰਗ ਪੂਰੀ ਨਹੀਂ ਹੋ ਸਕੀ। ਦੂਸਰਾ ਗੱਲ ਉਹਨਾਂ ਨੇ ਇਹ ਆਖੀ ਹੈ ਜੋ ਮਾਹਿਰ ਨੇ ਕਿ ਇਹ ਉਹਨਾਂ ਲੋਕਾਂ ਦੇ ਅਜੇ ਲਾਇਆ ਜਾ ਰਿਹਾ, ਕਈਆਂ ਨੇ ਗੱਲ ਆਖੀ ਹੈ ਜਿਹੜੇ ਜ਼ਿਆਦਾਤਰ ਘਰੋਂ ਨਿਕਲਦੇ ਘੱਟ ਹੈ ਤੇ ਜਿਹੜੇ ਨਿਕਲਦੇ ਨੇ 18 ਤੋਂ 25, 30, 35 ਸਾਲ ਤੱਕ ਦੀ ਉਮਰ ਦੇ, 40 ਸਾਲ ਤੱਕ ਦੇ, ਉਹਨਾਂ ਦੇ ਤੁਸੀਂ ਲਾ ਨਹੀਂ ਰਹੇ ਤੇ ਫੈਲਾ ਵੀ ਉਹੀ ਰਹੇ ਨੇ। ਸੋ ਇਹ 4-5 ਮੁੱਦੇ ਇਸ ਤਰ੍ਹਾਂ ਦੇ ਹੋਰ ਪੁਆਇੰਟ ਉਹਨਾਂ ਨੇ ਦੱਸੇ ਨੇ ਜਿਨ੍ਹਾਂ ਨੂੰ ਆਪਸ ਵਿੱਚ ਵੇਨ ਕੀਤਾ ਜਾ ਰਿਹਾ, ਉਹਨੂੰ ਤੋਲਿਆ ਜਾ ਰਿਹਾ ਕਿ ਕਿਹੜੇ ਭਾਰੇ ਨੇ। ਪਰ ਹਾਲ ਦੀ ਘੜੀ ਐਸਟਰਾਜ਼ੈਨੇਕਾ ਦਾ ਟੀਕਾ ਦੁਨੀਆ ਭਰ ਦੇ ਵਿੱਚ ਲੱਗ ਰਿਹਾ ਹੈ, ਕਾਫੀ ਵੱਡੀ ਗਿਣਤੀ ਦੇ ਵਿੱਚ ਲੱਗ ਰਿਹਾ ਤੇ ਸਭ ਤੋਂ ਵੱਧ ਤਕਰੀਬਨ ਲੱਗ ਰਿਹਾ। ਤੇ ਭਾਰਤ ਦੇ ਵਿੱਚ ਇਹਨਾਂ 2 ਟੀਕਿਆਂ ਤੋਂ ਭਾਰਤ ਬਾਇਓਟੈਕ ਦਾ, ਜਿਸ ਦੇ ਬਾਰੇ ਪਹਿਲਾਂ ਇਹ ਰੌਲਾ ਪਿਆ ਸੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਗੱਲ ਆਖੀ ਸੀ ਕਿ ਇਸ ਦੇ ਪੜਾਅ ਜਿਹੜੇ ਸੀ ਟ੍ਰਾਇਲ ਦੇ ਚੰਗੀ ਤਰ੍ਹਾਂ ਪੂਰੇ ਨਹੀਂ ਕੀਤੇ ਗਏ, ਉਹ ਟੀਕਾ
ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਤੇ ਇਹ ਟੀਕਾ ਇਹ ਜਿਹੜਾ ਐਸਟਰਾਜ਼ੈਨੇਕਾ ਦਾ ਹੈ ਇਹਨਾਂ ਦੋਨਾਂ ਨੂੰ ਲਾਇਆ ਜਾ ਰਿਹਾ ਤੇ ਭਾਰਤ ਵਿੱਚ ਇਹੋ ਹੀ 2 ਵੱਲੇ ਮਿਲ ਰਹੇ ਨੇ। ਜਿਹੜੀਆਂ ਦੂਸਰੀਆਂ ਕੰਪਨੀਆਂ ਤੇ ਭਾਰਤ ਸਰਕਾਰ ਨੇ ਕਿਹਾ ਹੋਇਆ ਕਿ ਅਸੀਂ ਹੌਲੀ-ਹੌਲੀ ਉਹਨਾਂ ਨੂੰ ਵੀ ਲੈ ਆਵਾਂਗੇ, ਪਰ ਉਹ ਅਜੇ ਤੱਕ ਅਵੇਲੇਬਲ ਨਹੀਂ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦੂਸਰਾ ਟੀਕਾ ਲਗਵਾ ਲਿਆ ਜੀ। ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਸ਼ਰਮਾ ਜੀ, ਟੋਲ ਕੰਪਨੀਆਂ ਹੁਣ ਸਰਕਾਰਾਂ ਅੱਗੇ ਕੀ ਰੋੜਾ ਰੋ ਰਹੀਆਂ ਨੇ? ਦੇਖੋ ਜੀ, ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਦੇ ਵਿੱਚ ਜਿਹੜਾ ਬਹੁਤ ਸਾਰਾ ਨੁਕਸਾਨ ਆ ਉਹ ਟੋਲ ਕੰਪਨੀਆਂ ਨੂੰ ਉਠਾਉਣਾ ਪਿਆ ਜੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹਨਾਂ ਕੁਝ ਕੰਪਨੀਆਂ ਨੇ ਹਾਈ ਕੋਰਟ ਦੇ ਵਿੱਚ ਕਿਤੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਸੀ, ਪਰ ਹਾਲੇ ਉਹਦਾ ਕੋਈ ਹੱਲ ਨਹੀਂ ਨਿਕਲਿਆ। ਸ਼ੁਰੂਆਤ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਵਾਰੀ ਕਿਹਾ ਵੀ ਸੀ ਪੰਜਾਬ ਸਰਕਾਰ ਨੂੰ ਕਿ ਇਹਨਾਂ ਨੂੰ ਚਾਲੂ ਕਰਾਇਆ ਜਾਵੇ, ਪਰ ਪੰਜਾਬ ਸਰਕਾਰ ਨੇ ਆਪਣੀ ਅਸਮਰਥਤਾ ਜਤਾਈ ਕਿ ਨਹੀਂ ਜਤਾਈ ਉਹਦੇ ਬਾਰੇ ਕੁਝ ਬਹੁਤ ਜਾਣਕਾਰੀ ਨਹੀਂ। ਪਰ ਫਿਰ ਉਸ ਕੇਸ ਦੇ ਉੱਤੇ ਦੁਬਾਰਾ ਸੁਣਵਾਈ ਹੋਈ ਨਹੀਂ ਜੀ, ਕਿਉਂਕਿ ਕੋਰਟ ਦੇ ਆਦੇਸ਼ ਵੀ ਤਾਂ ਹੀ ਮੰਨੇ ਜਾਣੇ ਸੀ ਜੇ ਸਰਕਾਰ ਉਹਦੇ ਤੇ ਹੱਲ ਕਰਦੀ ਜਾਂ ਸਰਕਾਰੀ ਜਿਹੜਾ ਪ੍ਰਸ਼ਾਸਨ ਸੀ ਉਹਨੂੰ ਚਲਾਉਣ ਦੇ ਯੋਗ ਹੁੰਦਾ। ਤੇ ਫਿਰ ਉਦੋਂ ਕਿਤੇ ਨਾ ਕਿਤੇ ਟੋਲ ਕੰਪਨੀਆਂ ਨੇ ਵੀ ਇਹ ਗੱਲ ਸੋਚੀ ਸੀ ਕਿ ਸਾਨੂੰ ਵੀ ਕਿਸਾਨਾਂ ਦੇ ਵਿਰੋਧ ਆ ਜਾਂ ਵਿਰੋਧ ਦਾ ਸਾਹਮਣਾ ਕਰਨਾ ਪਊਗਾ, ਤੇ ਉਹ ਕੁਝ ਦੇਰ ਲਈ ਉਸ ਚੀਜ਼ ਨੂੰ ਉਹਨਾਂ ਨੇ ਮੰਨ ਲਿਆ ਸੀ। ਪਰ ਹੁਣ ਕਿਉਂਕਿ ਅਕਤੂਬਰ ਤੋਂ ਇਹ ਜਿਹੜਾ ਮਸਲਾ ਹੈਗਾ ਰੁਕਿਆ ਹੋਇਆ, ਤੇ ਜਿੰਨੀਆਂ ਵੀ ਕੰਪਨੀਆਂ ਜਾਂ ਟੋਲ ਪਲਾਜ਼ੇ ਜਿਹੜੇ ਨੇ ਉਹਨਾਂ ਕੰਪਨੀਆਂ ਦੇ ਬਣਾਏ ਹੋਏ ਨੇ ਜਿਨ੍ਹਾਂ ਨੇ ਇਹਨਾਂ ਸੜਕਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਆ। ਸਰਕਾਰਾਂ ਨੇ ਤੇ ਆਪਣਾ ਪੱਲਾ ਝਾੜ ਲਿਆ, ਪੈਸੇ ਕੰਪਨੀਆਂ ਨੇ ਲਾਏ, ਸੜਕ ਬਣਾਤੀ, ਤੇ ਹੁਣ ਉਹ ਪੈਸੇ ਜਿਹੜੇ ਨੇ ਕਲੈਕਸ਼ਨ ਕਰ ਰਹੇ ਨੇ ਰੋਜ਼ ਦੀ ਰੋਜ਼ ਟੋਲ ਪਲਾਜ਼ੇ ਤੋਂ। ਤੇ ਇੱਕ ਅੰਦਾਜ਼ੇ ਮੁਤਾਬਕ 800 ਕਰੋੜ ਦਾ ਉਹਨਾਂ ਨੇ ਆਪਣਾ ਨੁਕਸਾਨ ਹੁਣ ਤੱਕ ਦੱਸਿਆ ਹੈ। ਤੇ ਸਰਕਾਰ ਨੂੰ ਰੋਣਾ ਤਾਂ ਉਹਨਾਂ ਨੇ ਰੋਇਆ, ਪਰ ਸਰਕਾਰ ਇਸ ਮਸਲੇ 'ਚ ਮੈਨੂੰ ਲੱਗਦਾ ਨਹੀਂ ਕਿ ਕੁਝ ਕਰ ਸਕੂਗੀ, ਕਿਉਂਕਿ ਮਸਲਾ ਜਿਹੜਾ ਆ ਉਹ ਕੇਂਦਰ ਸਰਕਾਰ ਕੋਲ ਆ। ਜੇ ਤਾਂ ਕਿਸਾਨਾਂ ਦਾ ਜਿਹੜਾ ਉੱਥੇ ਜਾ ਕੇ ਜਿਹੜਾ ਮਸਲਾ ਹੱਲ ਹੁੰਦਾ, ਉਹਨਾਂ ਦੇ ਹੱਕ ਉਹਨਾਂ ਨੂੰ ਮਿਲਦੇ ਆ, ਫੇਰ ਤੇ ਕਿਸਾਨ ਉੱਠ ਜਾਣਗੇ। ਨਹੀਂ ਤੇ ਚਾਹੇ ਉਹ ਟੋਲ ਪਲਾਜ਼ੇ ਨੇ ਤੇ ਚਾਹੇ ਪੈਟਰੋਲ ਪੰਪ ਨੇ। ਪੈਟਰੋਲ ਪੰਪ ਹਾਲੇ ਕਾਫੀ ਜਿਹੜੇ ਆ ਵਿੱਚ ਸ਼ੁਰੂ ਵੀ ਹੋ ਗਏ ਆ, ਕਿਤੇ ਨਾ ਕਿਤੇ ਉਹਨਾਂ ਨੇ ਕਿਸਾਨਾਂ ਨਾਲ ਸੰਬੰਧ ਸਥਾਪਿਤ ਕਰ ਲਏ ਆਪਣੇ, ਤੇ ਉਹਨਾਂ ਜਿਹੜੇ ਲੋਕਲ ਸੀਗੇ ਲੋਕ, ਚਾਹੇ ਉਹ ਫਰੈਂਚਾਈਜ਼ੀ ਸੀ, ਜਿਹੜੇ ਪੈਟਰੋਲ ਪੰਪ ਮਾਲਕ ਸੀ, ਉਹਨਾਂ ਨੇ ਵੀ ਕਿਹਾ ਸੀਗਾ ਕਿ ਇਹ ਜਿਹੜੇ ਪੈਟਰੋਲ ਪੰਪ ਨੇ ਇਹ ਰਿਲਾਇੰਸ ਕੰਪਨੀ ਦੇ ਨਹੀਂ ਹੈਗੇ, ਇਹਦੇ ਲਈ ਤੇ ਅਸੀਂ ਉਹਨਾਂ ਨੂੰ ਪੈਸੇ ਤਾਰੇ ਆ ਤੇ ਅਸੀਂ ਤੁਹਾਨੂੰ ਤੇਲ ਦੇ ਰਹੇ ਆ ਤੇ ਤੁਸੀਂ ਸਾਡੇ ਤੋਂ ਲਓ ਤੇ ਸਾਡਾ ਤੇਲ ਚੰਗਾ ਆ। ਕਿਤੇ ਨਾ ਕਿਤੇ ਕੁਝ ਜਿਹੜੀ ਗੱਲ ਸੀ ਉਹਨਾਂ ਦੀ ਬਣ ਗਈ। ਤੇ ਟੋਲ ਪਲਾਜ਼ੇ ਵਾਲੇ ਇਦਾਂ ਵੀ ਹੋ ਸਕਦਾ ਕਿ ਬੀਜੇਪੀ ਜਾਂ ਸਰਕਾਰ ਉਹਨਾਂ ਨੂੰ ਕਹਿ ਰਹੀ ਹੋਵੇ ਕਿ ਤੁਸੀਂ ਇਸ ਮਸਲੇ ਨੂੰ ਕੋਰਟ ਤੱਕ ਲੈ ਕੇ ਜਾਓ ਤਾਂ ਕਿ ਜਿਹੜਾ ਮਸਲਾ ਹੈ ਲਾਅ ਐਂਡ ਆਰਡਰ ਦਾ ਬਣੇ, ਤੇ ਹੋ ਸਕਦਾ ਥੋੜਾ ਜਿਹਾ ਪ੍ਰੈਸ਼ਰ ਜਿਹੜਾ ਕਿਸਾਨਾਂ ਤੇ ਬਣੇ। ਪਰ ਉਹਨਾਂ ਦਾ ਕਿਤੇ ਕਿਸੇ ਵੀ ਹਾਲਤ ਦੇ ਵਿੱਚ ਮਾਲੀ ਨੁਕਸਾਨ ਨਹੀਂ ਹੋਣਾ ਸਵਲੀਨ ਜੀ, ਲੇਟ ਜ਼ਰੂਰ ਹੋ ਸਕਦਾ। ਕਿਉਂਕਿ ਅਸੀਂ ਬਹੁਤ ਵਾਰ ਦੇਖਿਆ ਹੈ ਜਦੋਂ ਕਿਤੇ ਟੋਲ ਜਿਹੜੇ ਆ ਉਹ ਬਾਅਦ ਵਿੱਚ ਕਈ ਵਾਰ ਪਟੀਸ਼ਨ ਪਾਉਂਦੇ ਆ ਕਿ ਸਾਡੇ ਜੀ ਖਰਚੇ ਨਹੀਂ ਪੂਰੇ ਹੋਏ, ਤੇ ਸਰਕਾਰ ਚੁੱਪ ਚਪੀਤੇ ਉਹਨਾਂ ਦੀ ਜਿਹੜੀ ਮਿਆਦ ਆ ਉਹ 6 ਮਹੀਨੇ 3 ਮਹੀਨੇ ਜਾਂ ਸਾਲ ਵਧਾ ਦਿੰਦੀ ਆ। ਤੇ ਇਸੇ ਕੇਸ ਦੇ ਵਿੱਚ ਵੀ ਇਦਾਂ ਹੀ ਹੋਵੇਗਾ, ਜੇ 6 ਮਹੀਨੇ ਬੰਦ ਰਹੇ ਤੇ ਸਰਕਾਰ ਚੁੱਪਚਾਪ ਉਹਨਾਂ ਨੂੰ 1 ਸਾਲ ਦੀ ਹੋਰ ਮੁੱਲ ਦੇ ਦੇਗੀ, ਤੇ ਜਿਹੜੇ ਲੋਕ ਆ ਉਹ ਰਗੜੇ ਜਾਣਗੇ, ਕਿਉਂਕਿ ਚੋਨਾ ਤੇ ਸਾਡੀ ਜੇਬ ਨੂੰ ਹੀ ਲੱਗਣਾ ਹੈ। ਬਿਲਕੁਲ ਜੀ। ਕੁਲਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ ਟੋਲ ਕੰਪਨੀਆਂ ਦੇ ਇਸ ਰੋਣੇ ਧੋਣੇ ਬਾਰੇ? ਟੋਲ ਕੰਪਨੀਆਂ ਦਾ ਸਰਕਾਰ ਦੇ ਨਾਲ ਇਹ ਮਿਲੀ ਭੁਗਤ ਬਾਰੇ ਬਹੁਤ ਸਾਰੀਆਂ ਕੈਸਰਾਈਆਂ ਪਹਿਲਾਂ ਤੋਂ ਲੱਗਦੀਆਂ ਰਹੀਆਂ ਨੇ ਕਿ ਉਹ ਸਰਕਾਰੀ ਤੰਤਰ ਦੇ ਨਾਲ ਮਿਲੀਆਂ ਹੁੰਦੀਆਂ ਨੇ, ਤੇ ਜਦੋਂ ਇਹਨਾਂ ਨੂੰ ਸੜਕਾਂ ਅਲਾਉਟ ਕੀਤੀਆਂ ਜਾਂਦੀਆਂ ਨੇ ਜਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਠੇਕੇ ਤੇ ਕਿ ਤੁਸੀਂ ਇਹਦੀ ਮੁਰੰਮਤ ਕਰੋ ਤੇ ਤੁਸੀਂ ਇੰਨੇ ਸਾਲਾਂ ਵਾਸਤੇ ਟੋਲ ਐਸ ਦਰ ਦੇ ਨਾਲ ਉਗਰਾਓ ਜੀ। 3-4 ਮੁੱਦੇ ਇਸ ਦੇ ਵਿੱਚ ਆਉਂਦੇ ਨੇ, ਕਿੰਨੀ ਦੇਰ ਲਈ ਉਹਨਾਂ ਨੂੰ ਦਿੱਤੀਆਂ ਜਾਂਦੀਆਂ, ਟ੍ਰੈਫਿਕ ਦੀ ਗਿਣਤੀ ਕਿਸ ਤਰ੍ਹਾਂ ਹੁੰਦੀ ਹੈ, ਉਹ ਚੈੱਕ ਕੌਣ ਰੱਖਦਾ, ਤੇ ਟੋਲ ਹਰ ਸਾਲ ਕਿੰਨਾ ਵਧਾਇਆ ਜਾਣਾ। ਇਹ ਸਾਰੀਆਂ ਗੱਲਾਂ ਤੇ ਟੋਲ ਕੰਪਨੀਆਂ ਬਹੁਤੇ ਮੌਕਿਆਂ ਤੇ ਆਪਣੀ ਮਰਜ਼ੀ ਕਰਦੀਆਂ ਨੇ। ਕੁਰਾਲੀ ਦੇ ਲਾਗੇ ਇੱਕ ਟੋਲ ਪਲਾਜ਼ਾ ਲੱਗਾ ਹੋਇਆ ਸੀ, ਉਹ ਟੋਲ ਪਲਾਜ਼ਾ ਮਿਆਦ ਪੁੱਗਣ ਤੋਂ ਕਈ ਸਾਲ ਬਾਅਦ ਤੱਕ ਜਿਹੜਾ ਸੀ ਚੱਲਦਾ ਰਿਹਾ, ਕਿਸੇ ਨੇ ਉਹਨਾਂ ਨੂੰ ਪੁੱਛਿਆ ਨਹੀਂ। ਜਦੋਂ ਰੌਲਾ ਪਿਆ ਤੇ ਫਿਰ ਉਹਨਾਂ ਨੇ ਬੰਦ ਕਰ ਦਿੱਤਾ। ਸੋ ਇਹ ਘਾਟਾ ਤੇ ਨੋ ਡਾਊਟ ਉਹਨਾਂ ਨੂੰ ਪੈ ਰਿਹਾ, ਇਹ ਕਹਿ ਸਕਦੇ ਕਿ ਡੇਲੀ ਤੌਰ ਤੇ। ਪਰ ਇੱਕ ਗੱਲ ਹੋਰ ਹੈ, ਤੁਸੀਂ ਅਖਬਾਰਾਂ ਅਗਰ ਪਿਛਲੇ ਸਾਲਾਂ ਦੀਆਂ ਫੋਲਦੇ ਹੋਵੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਟੋਲ ਪਲਾਜ਼ਿਆਂ ਤੇ ਜਿੰਨੇ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਦੀਆਂ ਤਨਖਾਹਾਂ ਦਾ, ਉਹਨਾਂ ਨੂੰ ਪੱਕੇ ਕਰਨ ਦਾ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਰੁਜ਼ਗਾਰ ਜਿਹੜਾ ਹੈ ਜਾਂ ਰੁਜ਼ਗਾਰ ਉਹਨਾਂ ਨੂੰ ਤਨਖਾਹ ਦੇਣ ਦਾ ਮਸਲਾ ਜਿਹੜਾ ਹੈ ਉਹ ਬਾਰ-ਬਾਰ ਉੱਠਦਾ ਰਿਹਾ, ਜਿਸ ਦੇ ਬਾਰੇ ਕੋਈ ਬਹੁਤਾ ਧਿਆਨ ਅਜੇ ਤੱਕ ਨਹੀਂ ਦਿੱਤਾ ਗਿਆ। ਸੋ ਸਰਕਾਰਾਂ ਇਸ ਬਾਰੇ ਕੀ ਕਰ ਸਕਦੀਆਂ ਨੇ? ਇਹ ਪੰਜਾਬ ਸਰਕਾਰ ਥੋੜਾ ਬਹੁਤਾ ਤੇ ਕਰ ਸਕਦੀ ਹੈ ਕਿ ਜਿਹੜੇ ਸਟੇਟ ਹਾਈਵੇ ਨੇ ਉਹਨਾਂ ਤੇ ਟੋਲ ਲੱਗੇ ਹੋਏ ਨੇ, ਹੋ ਸਕਦਾ ਕਿ ਉਹਨਾਂ ਨੂੰ ਕੰਪਨਸੇਸ਼ਨ ਦੇਣ ਜਾਂ ਕੁਝ ਕਰਨ, ਜਾਂ ਜਦੋਂ ਫਿਰ ਖੁੱਲ੍ਹਦੇ ਨੇ ਟੋਲ ਤੇ ਫਿਰ ਉਹਨਾਂ ਨੂੰ ਹੋਰ ਜ਼ਿਆਦਾ ਰੇਟ ਚੁੱਕ ਦੇਣ। ਇਸ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਨੇ, ਪਰ ਜਿਹੜੇ ਨੈਸ਼ਨਲ ਹਾਈਵੇ ਤੇ ਲੱਗੇ ਹੋਏ ਨੇ ਇਹ ਤੇ ਕੇਂਦਰ ਸਰਕਾਰ ਦੇ ਹੱਥ ਹੈ। ਕਿਸਾਨੀ ਦਾ ਮਸਲਾ ਹੱਲ ਹੋ ਜਾਵੇ ਤੇ ਟੋਲ ਪਲਾਜ਼ੇ ਕੱਲ ਤੋਂ ਚਾਲੂ ਹੋ ਜਾਣਗੇ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਖਬਰਾਂ ਆਈਆਂ ਨੇ ਕਿ ਭਾਜਪਾਈ ਜਿਹੜੇ ਚੂੜੀਆਂ ਲੈ ਕੇ ਕਾਂਗਰਸੀਆਂ ਵੱਲ ਚਲੇ ਗਏ ਨੇ, ਕੀ ਹੈ ਪੂਰਾ ਮਾਮਲਾ? ਇਹ ਬੀਜੇਪੀ ਦੇ ਜਿਹੜੇ ਪੁਰਾਣੇ ਲੋਕ ਜਾਣਦੇ ਨੇ ਕਿ ਬੀਜੇਪੀ, ਜਸ ਅਸੀਂ ਆਪ ਲੋਕ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ ਬੀਜੇਪੀ ਵਾਲੇ ਅਕਸਰ ਚੂੜੀਆਂ ਲੈ ਕੇ ਤੁਰੇ ਰਹਿੰਦੇ ਨੇ। ਕਦੇ ਸਮ੍ਰਿਤੀ ਇਰਾਨੀ ਚੂੜੀਆਂ ਵੰਡਦੀ ਹੁੰਦੀ ਸੀ, ਕਦੀ ਉਹ ਸਿਲੰਡਰ ਲੈ ਕੇ ਚੱਲਦੀ ਸੀ ਜਦੋਂ ਮਨਮੋਹਨ ਸਿੰਘ ਸਰਕਾਰ ਸੀ,
ਤੇ ਹੁਣ ਬੀਜੇਪੀ ਦੀ ਜਿਹੜੀ ਮਹਿਲਾ ਵਰਕਰਸ ਆ ਪੰਜਾਬ ਦੇ ਵਿੱਚ, ਉਹ ਚੂੜੀਆਂ, ਕੱਲ ਉਹਨਾਂ ਨੇ ਇੱਕ ਪ੍ਰਦਰਸ਼ਨ ਕੀਤਾ ਲਗਭਗ ਹਰ ਜ਼ਿਲ੍ਹਾ ਹੈੱਡਕੁਆਟਰ ਤੇ, ਜਿੱਥੇ ਵੀ ਕਿਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਕਾਂਗਰਸ ਦੇ ਐਮਐਲਏਜ਼ ਦੇ ਘਰ ਨੇ, ਤੇ ਉਹਨਾਂ ਨੇ ਚੂੜੀਆਂ ਦੇਣ ਦੀ ਕੋਸ਼ਿਸ਼ ਕੀਤੀ ਆ। ਤੇ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਵਿਰੋਧ ਆ ਉਹ ਪੰਜਾਬ ਦੀ ਵਿਗੜਦੀ ਹੋਈ ਲਾਅ ਐਂਡ ਆਰਡਰ ਦੀ ਸਥਿਤੀ ਤੇ ਜਿਹੜਾ ਉਹਨਾਂ ਦੇ ਇੱਕ ਐਮਐਲਏ ਦੇ ਨਾਲ ਮਾਰ ਕੁਟਾਈ ਹੋਈ ਆ ਜਾਂ ਉਹਨਾਂ ਦੇ ਕੱਪੜੇ ਪਾੜੇ ਗਏ ਆ, ਉਹਦੇ ਵਿਰੋਧ ਵਿੱਚ ਸੀ ਉਹ। ਤੇ ਉਹਨਾਂ ਨੂੰ, ਮੈਨੂੰ ਇਹ ਲੱਗਦਾ ਕਿ ਇਸ ਤੋਂ ਵੀ ਜ਼ਿਆਦਾ ਇਹ ਜਿਹੜਾ ਉਹਨਾਂ ਦਾ ਵਿਰੋਧ ਆ, ਉਹ ਬੀਜੇਪੀ ਦੀ ਜੋ ਹਾਲਾਤ ਆ ਪੰਜਾਬ ਦੇ ਵਿੱਚ, ਉਹਨੂੰ ਉਹ ਪਰ ਤੋਲਦੇ ਰਹੇ ਆ ਕਿ ਜੇ ਅਸੀਂ ਦੁਬਾਰਾ ਇਕੱਠੇ ਹੋਈਏ। ਬੀਜੇਪੀ ਦੇ ਬੰਦੇ ਜਿਹੜੇ ਮੇਨ ਲੀਡਰ ਨੇ, ਉਹ ਆਪ ਤੇ ਸਾਹਮਣੇ ਕਿਤੇ ਆਉਂਦੇ ਨਹੀਂ। ਜੇ ਮੀਟਿੰਗ ਵੀ ਕਿਤੇ ਕਰਦੇ ਨੇ ਤੇ ਰੈਸਟ ਹਾਊਸ 'ਚ ਬੈਠ ਕੇ ਕਰਦੇ ਨੇ ਤੇ ਬਾਹਰ ਪੁਲਿਸ ਖੜੀ ਹੁੰਦੀ ਹੈ। ਤੇ ਸ਼ਾਇਦ ਇਸ ਕਰਕੇ ਬੀਜੇਪੀ ਮਹਿਲਾ ਮੋਰਚੇ ਨੇ ਜਿਹੜਾ ਕਮਾਨ ਸੰਭਾਲੀ ਆ ਕਿ ਜੇ ਅਸੀਂ ਇਸ ਗੱਲ ਨੂੰ ਕਿਤੇ ਥੋੜਾ ਜਿਹਾ ਬੀਜੇਪੀ ਨੂੰ ਗਰਾਊਂਡ ਦੇ ਉੱਤੇ ਲੈ ਕੇ ਆ ਸਕੀਏ। ਗੱਲ ਉਹਨਾਂ ਦੀ ਠੀਕ ਆ ਕਿ ਜੇ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਆ ਤੇ ਕਿਸੇ ਐਮਐਲਏ ਨਾਲ ਜੇ ਮਾਰ ਕੁਟਾਈ ਹੁੰਦੀ ਆ ਤਾਂ ਉਹ ਗਲਤ ਗੱਲ ਆ, ਪਰ ਉਹਦੇ ਵਿੱਚ ਇੱਕ ਇਹ ਗੱਲ ਅਕਸਰ ਤੌਰ ਤੇ ਸਵਲੀਨ ਜੀ ਸਮਝੀ ਜਾਂਦੀ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਸਮੱਸਿਆ ਦਾ ਮੁਲਾਂਕਣ ਕਰਨਾ ਚਾਹੀਦਾ ਕਿ ਸਮੱਸਿਆ ਹੈ ਕੀ। ਜੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਤੇ ਉਹਦੇ ਪਿੱਛੇ ਸਮੱਸਿਆ ਕੀ ਆ, ਕਿਉਂ ਹੋ ਰਿਹਾ, ਉਸ ਤੋਂ ਬਾਅਦ ਸਾਨੂੰ ਉਸ ਸਮੱਸਿਆ ਦੇ ਹੱਲ ਲੱਭਣੇ ਪੈਣਗੇ। ਚੂੜੀਆਂ ਕਾਂਗਰਸ ਦੇ ਐਮਐਲਏਜ਼ ਨੂੰ ਦੇਣ ਨਾਲ ਕੋਈ ਹੱਲ ਨਹੀਂ ਹੋਣਾ। ਮੈਂ ਕਾਂਗਰਸ ਦਾ ਸਮਰਥਕ ਨਹੀਂ ਜਾਂ ਉਹਨਾਂ ਨੂੰ ਚੂੜੀਆਂ ਨਾ ਦੇਣ ਨਾਲ ਕੋਈ ਉਹਦਾ ਹੱਲ ਨਹੀਂ ਹੋਣਾ, ਪਰ ਗੱਲ ਤਾਂ ਇਹ ਆ ਕਿ ਬੀਜੇਪੀ ਜੇ ਇਹ ਚੂੜੀਆਂ ਪਹਿਲਾਂ ਆਪਣੀ ਨੈਸ਼ਨਲ ਕੈਬਨਿਟ ਨੂੰ ਦੇ ਕੇ ਆਵੇ ਕਿ ਤੁਸੀਂ ਇੰਨੇ ਮਹੀਨਿਆਂ ਤੋਂ ਇੱਕ ਲਟਕੇ ਹੋਏ ਮੁੱਦੇ ਨੂੰ, ਸਾਲ ਹੋਣ ਨੂੰ ਆ ਗਿਆ, ਉਸ ਮੁੱਦੇ ਨੂੰ ਹੱਲ ਕਿਉਂ ਨਹੀਂ ਕਰਦੇ। ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਲੱਗੇਗਾ ਕਿ ਜੇ ਤੁਹਾਡੀ ਜਿਹੜੀ ਗੱਲ ਆ ਉਹ ਪੰਜਾਬ ਸਰਕਾਰ ਸੁਣ ਸਕਦੀ ਆ ਤਾਂ ਫਿਰ ਠੀਕ ਹੋ ਜਾਊਗੀ ਗੱਲ। ਜੀ ਕੁਲਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਭਾਜਪਾ ਵਾਲੇ ਜਿੱਦਾਂ ਵੰਜਾਰੇ ਬਣੇ ਫਿਰਦੇ ਨੇ ਚੂੜੀਆਂ ਫੜ ਕੇ। ਇਹ ਰਿਵਾਜ ਹੈ, ਇਹ ਕੁਝ ਇਸ ਤਰ੍ਹਾਂ ਦਾ ਵਿਰੋਧ ਦਾ ਜਾਂ ਪ੍ਰਦਰਸ਼ਨ ਦਾ ਇੱਕ ਤਰੀਕਾ ਜਿਹਾ ਬਣਾ ਲਿਆ ਸਾਰਿਆਂ ਨੇ। ਜਦੋਂ ਅਕਾਲੀਆਂ ਦੀ ਸਰਕਾਰ ਸੀ ਤੇ ਉਦੋਂ ਕੋਈ ਹੋਰ ਲੈ ਕੇ ਤੁਰਿਆ ਹੁੰਦਾ ਸੀ। ਇਹ ਮੈਂ ਸਮਝਦਾ ਕਿ ਜਿਵੇਂ ਨਾ ਕੋਈ ਵਿਅਕਤੀ ਵਿਹਲਾ ਬੈਠਾ ਹੋਵੇ ਘਰ ਤੇ ਉਹਨੂੰ ਕੋਈ ਸੋਚਦਾ ਤੇ ਅਸੀਂ ਕੁਝ ਕਰੀਏ ਤੇ ਜਿਹਦੇ ਨਾਲ ਸਾਡਾ ਆਪਣਾ, ਅਸੀਂ ਲੋਕਾਂ ਦੇ ਸਾਹਮਣੇ ਆਈਏ ਤੇ ਖਬਰਾਂ ਦੇ ਵਿੱਚ ਆਈਏ ਤੇ ਫੋਟੋਆਂ ਦੇ ਵਿੱਚ ਸਾਡੀਆਂ ਵੀ ਫੋਟੋਆਂ ਲੱਗਣ, ਉਹ ਕੁਝ ਨਾ ਕੁਝ ਫਿਰ ਉਹਨਾਂ ਦੇ ਦਿਮਾਗ ਦੀ ਕਾਢ ਨਿਕਲਦੀ ਹੈ। ਵਿਰੋਧ ਕਰਨਾ, ਪ੍ਰਦਰਸ਼ਨ ਕਰਨਾ ਉਹਨਾਂ ਦਾ ਜਾਇਜ਼ ਆ ਆਪਣੇ ਤੌਰ ਤੇ। ਚੂੜੀਆਂ ਨਾਲ ਸਿਰਫ ਉਹ ਖਬਰਾਂ 'ਚ ਆਉਣ ਦੀ ਉਹਨੇ ਗੱਲ ਕੀਤੀ ਹੈ। ਮਹਿਲਾ ਵਰਗ ਨੇ ਜਲੰਧਰ ਦੇ ਵਿੱਚ, ਜਿਸ ਦੇ ਵਿੱਚ ਐਮਐਲਏ ਸੁਸ਼ੀਲ ਰਿੰਕੂ ਤੇ ਪ੍ਰਗਟ ਸਿੰਘ ਨੂੰ ਜਦੋਂ ਉਹਨਾਂ ਦੀਆਂ ਫੋਟੋਆਂ ਲਾ ਕੇ ਤੇ ਉਹ ਚੂੜੀਆਂ ਦੇਣ ਗਏ ਨੇ ਤੇ ਪੁਲਿਸ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਤੇ ਘਰਾਓ ਕਰਨ ਗਏ ਸੀ ਤੇ ਉਹਨਾਂ ਨੇ ਪੁਲਿਸ ਦੇ ਉੱਪਰ ਹੀ ਫਿਰ ਚੂੜੀਆਂ ਸੁੱਟ ਦਿੱਤੀਆਂ ਨੇ। ਸੋ ਕੋਈ ਇਸ ਨਾਲ ਸਾਬਤ ਤਾਂ ਬਹੁਤ ਕੁਝ ਨਹੀਂ ਹੋਣਾ ਤੇ ਨਾ ਸਰਕਾਰ ਤੇ ਕੋਈ ਬਹੁਤਾ ਕੁਝ ਅਸਰ ਹੋਣਾ, ਸਿਰਫ ਇੱਕ ਲਾਈਮਲਾਈਟ ਦੇ ਵਿੱਚ ਆਉਣ ਵਾਲੀ ਗੱਲ। ਤੇ ਮੋਗਾ ਦੇ ਵਿੱਚ ਜਿਹੜੀ ਕੋਰੀਅਰ ਕੰਪਨੀਆਂ ਨਾਲ ਸੰਬੰਧਿਤ ਕੁਝ ਵਿਅਕਤੀਆਂ ਦਾ ਮਸਲਾ ਸਾਹਮਣੇ ਆਇਆ, ਉਹ ਕੀ ਹੈ? ਇੱਕ ਸਮਾਜ ਸੇਵੀ ਵਿਅਕਤੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਸ ਕੋਲ ਵੀਡੀਓ ਹੈ ਜਿਸ ਦੇ ਵਿੱਚ ਹਵਾਲਾਤ ਦੇ ਵਿੱਚ ਬੰਦ ਕੀਤੇ ਹੋਏ ਵਿਅਕਤੀਆਂ ਨੂੰ ਜਿਹੜਾ ਗੈਰ ਮਨੁੱਖੀ, ਅਣਮਨੁੱਖੀ ਤਸੀਹੇ ਦੇ ਕੇ ਕੁੱਟਿਆ ਮਾਰਿਆ ਜਾ ਰਿਹਾ ਤੇ ਉਹਨਾਂ ਨੂੰ ਜਕੜਿਆ ਹੋਇਆ। ਜੀ ਇੱਕ ਫੋਟੋ ਜਿਹੜੀ ਅਖਬਾਰਾਂ ਦੇ ਵਿੱਚ ਛਪੀ ਹੈ, ਉਸ ਦੇ ਫੋਟੋ ਦੇ ਮੁਤਾਬਕ ਇੱਕ ਲੱਕੜ ਦੇ ਫੱਟਿਆਂ ਦੀ ਇੱਕ ਬਾਂਖ ਜਿਵੇਂ ਬਣਾਈ ਹੁੰਦੀ, ਲੋਹੇ ਦੀ ਹੁੰਦੀ ਹੈ, ਲੱਕੜ ਦੇ ਦੋ ਫੱਟਿਆਂ ਨੂੰ ਇਸ ਤਰ੍ਹਾਂ ਜੋੜ ਕੇ ਤੇ ਉਸ ਦੇ ਵਿੱਚੋਂ ਦੀ ਸ਼ੇਕ ਕਰਕੇ ਉਹਨਾਂ ਦੇ ਲੱਤਾਂ ਪੈਰ ਜਿਹੜੇ ਸੀ ਵਿੱਚੋਂ ਦੀ ਕੱਢੇ ਹੋਏ ਨੇ ਤੇ ਦੂਸਰੇ ਪਾਸੇ ਨਟ ਕੱਸੇ ਹੋਏ ਨੇ। ਇਹ ਫੋਟੋ ਸਾਹਮਣੇ ਆਈ ਹੈ। ਹੁਣ ਕੋਰੀਅਰ ਕੰਪਨੀ ਦਾ ਇੱਕ ਦੱਸਿਆ ਜਾਂਦਾ ਕਿ ਉਸ ਦਾ ਇੱਕ ਮੁਲਾਜ਼ਮ ਹੈ, ਇੱਕ ਉਸ ਦਾ ਮਾਲਕ ਹੈ ਤੇ ਇੱਕ ਉਹਨਾਂ ਦਾ ਸੁਰੱਖਿਆ ਗਾਰਡ ਹੈ ਤੇ ਉਹਨਾਂ ਦਾ ਦਫ਼ਤਰ ਸੀ ਕੋਈ, ਤੇ ਕੋਈ ਅਸਰ ਸੂਖ ਵਾਲੇ ਬੰਦੇ ਉੱਥੇ ਆਏ ਤੇ ਗੱਡੀ ਉਹਨਾਂ ਨੇ ਕਰ ਦਿੱਤੀ ਤੇ ਗਾਰਡ ਨੇ ਕਹਿ ਦਿੱਤਾ ਜੀ ਤੁਸੀਂ ਗੱਡੀ ਆਸੇ ਪਾਸੇ ਕਰ ਲਓ। ਇੱਕ ਬੜੀ ਬੇਸਿਕ ਜਿਹੀ ਸਮੱਸਿਆ ਹੈ ਪੂਰੇ ਭਾਰਤ ਦੇ ਵਿੱਚ, ਜੇ ਜਿਸ ਦੀ ਵੀ ਦੁਕਾਨ ਹੋਵੇ, ਵੈਸੇ ਮੈਂ ਇਸ ਘਟਨਾ ਨਾਲ ਨਹੀਂ ਵੈਸੇ ਗੱਲ ਕਰ ਰਿਹਾ, ਤਕਰੀਬਨ ਉਹਨਾਂ ਨੇ ਗਾਰਡ ਆਮ ਤੌਰ ਤੇ ਸ਼ੋਰੂਮ ਵਾਲਿਆਂ ਨੇ ਸਾਰੇ ਖੜੇ ਕਿ ਸਾਡੇ ਅੱਗੇ ਗੱਡੀ ਨਾ ਲਾਓ ਜੀ, ਸਾਡੇ ਅੱਗੇ ਗੱਡੀ। ਤੇ ਪਾਰਕਿੰਗ ਦੀ ਇੱਕ ਜਨਰਲ ਸਮੱਸਿਆ ਭਾਰਤ ਦੇ ਵਿੱਚ ਜਿਸ ਵੱਲ ਕੋਈ ਖਾਸ ਧਿਆਨ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ, ਵੱਖਰਾ ਵਿਸ਼ਾ ਹੈ। ਪਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁੰਦਾ ਹੈ, ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਨੇ ਕਿਹਾ ਜੀ ਗੱਡੀ ਤੁਸੀਂ ਅੱਗੇ ਪਿੱਛੇ ਕਰ ਲਓ ਤੇ ਤਕਰਾਰ, ਮਾਮੂਲੀ ਜਿਹਾ ਤਕਰਾਰ ਹੋਇਆ ਤੇ ਰਸੂਖਵਾਨ ਬੰਦਿਆਂ ਦੇ ਸ਼ਹਿਰ ਦੇ ਵਿੱਚ ਫਿਰ ਉਹ ਜਿਹੜੇ ਉਹਨਾਂ ਦਾ ਸਿੱਧਾ ਰਸੂਖ ਸੀ ਉਹ ਥਾਣੇ ਤੱਕ ਸੀ ਤੇ ਉਹਨਾਂ ਨੂੰ, ਮੁਲਾਜ਼ਮਾਂ ਨੂੰ ਚੁੱਕ ਕੇ ਲੈ ਗਏ ਉੱਥੋਂ ਤੇ ਉੱਥੇ ਉਹਨਾਂ ਨੂੰ ਜਦੋਂ ਕੋਈ ਜੋ ਉਹਨਾਂ ਦਾ ਸਮਝੌਤਾ ਹੋਇਆ ਜਾਂ ਨਹੀਂ ਹੋਇਆ ਤੇ ਕੁਝ ਉਹਨਾਂ ਦਾ ਬਚਾਅ ਹੋਇਆ ਤੇ ਉਹਨਾਂ ਨਾਲ ਗੱਲਬਾਤ ਰਸੂਖਵਾਨ ਬੰਦਿਆਂ ਨਾਲ ਮੁੱਕੀ ਹੈ ਤੇ ਉਹਨਾਂ ਨੂੰ ਧਮਕਾਇਆ ਗਿਆ, ਮਾਰਿਆ ਕੁੱਟਿਆ ਗਿਆ ਤੇ ਫਿਰ ਉਹਨਾਂ ਨੂੰ ਫਿਰ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਗਿਆ ਤੇ ਇਸ ਤਰ੍ਹਾਂ ਉਹਨਾਂ ਨੂੰ ਫੜਿਆ ਗਿਆ। ਇਸ ਘਟਨਾ ਤੋਂ ਬਾਅਦ ਉੱਥੇ ਦੇ ਐਸਐਸਪੀ ਨੇ, ਮੋਗਾ ਦੇ ਐਸਐਸਪੀ ਨੇ, ਉਹਨਾਂ ਨੇ ਇੱਕ ਵਿਅਕਤੀ ਨੂੰ ਬਰਖਾਸਤ ਕੀਤਾ, 2 ਨੂੰ ਲਾਈਨ ਹਾਜ਼ਰ ਕੀਤਾ। ਸੋ ਇਹ ਪੂਰੀ ਜਾਂਚ ਇਸ ਦੀ ਹੋਵੇਗੀ, ਅਜੇ ਸਮਾਂ ਲੱਗੇਗਾ, ਪਰ ਇਸ ਤਰ੍ਹਾਂ ਦਾ ਤੰਤਰ ਅਜੇ ਵੀ ਇੱਥੇ ਮੌਜੂਦ ਹੈ ਤੇ ਇਸ ਤਰ੍ਹਾਂ ਹੋ ਜਾਂਦੀ ਹੈ ਤੇ ਅਕਸਰ ਹੁੰਦੀ ਹੈ। ਇਸ ਗੱਲ ਬਾਰੇ ਜਿਹੜੇ ਸ਼ੰਕੇ ਸੀ ਜੇ ਕਿਸੇ ਵਿਅਕਤੀ ਨੂੰ, ਤੇ ਉਹ ਅੱਜ ਉਹ ਨਿਕਲ ਗਿਆ ਹੁਣ। ਜੀ ਸ਼ਰਮਾ ਜੀ, ਮੋਗਾ 'ਚ ਜਿਹੜਾ ਇਹ ਅਣਮਨੁੱਖੀ ਕਾਰਾ ਸਾਹਮਣੇ ਆਇਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਬਿਲਕੁਲ ਇਹੀ ਗੱਲ ਹੈ ਜੀ ਕਿ ਅਸੀਂ ਕਿਸ ਸਮਾਜ 'ਚ ਰਹਿ ਰਹੇ ਹਾਂ, ਕਿਸ ਸਮੇਂ 'ਚ ਗੁਜ਼ਰ ਰਹੇ ਹਾਂ। 21ਵੀਂ ਸਦੀ 'ਚ ਆ ਗਏ ਹਾਂ ਅਸੀਂ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਵਿਸ਼ਵ ਗੁਰੂ ਬਣਨਾ ਜੀ, ਤੇ ਕੈਪਟਨ ਸਾਹਿਬ ਕਹਿੰਦੇ ਆ ਕਿ ਅਸੀਂ ਜਿਹੜਾ ਪੰਜਾਬ ਦਾ ਵਿਕਾਸ ਬਹੁਤ ਵਧੀਆ ਕਰ ਦਿੱਤਾ। ਤੇ ਜਿਹੜੀ ਪੁਲਿਸ ਆ, ਜਿਸ ਤਰ੍ਹਾਂ ਦੀ ਪੁਲਿਸਿੰਗ ਇੱਥੇ ਹੋ ਰਹੀ ਆ,
ਜੋ ਪੁਲਿਸ ਨੂੰ ਟ੍ਰੇਨਿੰਗ ਦੇ ਦੌਰਾਨ ਸਿਖਾਇਆ ਜਾਂਦਾ, ਜੋ ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਹੈ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ, ਮੰਨ ਲਓ ਜੇ ਤਕਰਾਰ ਹੋ ਵੀ ਗਿਆ, ਜੇ ਉਸ ਬੰਦੇ ਨੇ ਪੁਲਿਸ ਨੂੰ ਸੱਦ ਲਿਆ ਤੇ ਪੁਲਿਸ ਦਾ ਮਸਲਾ ਸੀ ਉੱਥੇ ਗੱਲ ਕਰ ਲੈਣ 2 ਮਿੰਟ 'ਚ, ਔਰ ਸੁਖਵਾਨ ਨੂੰ ਕਹਿੰਦੇ ਯਾਰ ਗੱਲ ਤੇ ਕੋਈ ਐਡੀ ਨਹੀਂ ਸੀ, ਇਹਨਾਂ ਬੰਦਿਆਂ ਨੂੰ ਉਹ ਕਿਸ ਆਧਾਰ ਦੇ ਉੱਤੇ ਉਹ ਬੰਦਾ ਪੁਲਿਸ ਸਟੇਸ਼ਨ ਲੈ ਕੇ ਗਿਆ, ਫਿਰ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਅੰਦਰ ਰੱਖਿਆ, ਰੋਜ਼ਨਾਮਚੇ ਤੇ ਕਿਤੇ ਨਹੀਂ ਚੜਾਇਆ ਹੋਣਾ, ਹੁਣ ਉਹ ਕਰ ਦਿੱਤਾ ਗਿਆ ਸਸਪੈਂਡ ਜੀ। ਪਰ ਹੱਲ ਇਹ ਆ ਕਿ ਬੰਦੇ ਦੀ ਕੀਮਤ ਕੀ ਆ, ਹਾਲਾਤ ਕਿਸ ਤਰੀਕੇ ਨਾਲ ਉਹ ਜਿਹੜੇ ਰਸੂਖਵਾਨ ਲੋਕ ਨੇ ਉਹ ਕਿੱਦਾਂ ਆਪਣਾ ਰਸੂਖ ਵਰਤਦੇ ਨੇ ਤੇ ਕੀ ਹੋ ਰਿਹਾ ਹੈ। ਰੋਜ਼ ਅਸੀਂ ਇਹੋ ਜਿਹੀਆਂ ਘਟਨਾਵਾਂ ਦੇਖਦੇ ਹਾਂ, ਬੀਤੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਇਹੋ ਜਿਹੀ ਘਟਨਾ ਰੋਜ਼ ਵਾਪਰਦੀ ਹੈ ਸ਼ਹਿਰ ਦੇ ਵਿੱਚ। ਜਦੋਂ ਥਾਣਿਆਂ ਦੇ ਵਿੱਚ ਜਦੋਂ ਕੋਈ ਘਟਨਾ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ ਵਾਲੇ ਆ ਕੇ ਇਹ ਪੁੱਛਦੇ ਆ ਵੀ ਤੁਹਾਡੇ ਨਾਲ ਘਟਨਾ ਹੋਈ ਕਿੱਥੇ ਆ, ਕਿਉਂਕਿ ਦਾਇਰਾ ਛੋਟਾ ਆ ਤੇ ਲਾਈਨ ਦੇ ਇਧਰਲੇ ਪਾਸੇ ਖੜੇ ਸੀ ਤੁਸੀਂ ਜਾਂ ਲਾਈਨ ਦੇ ਇਧਰਲੇ ਪਾਸੇ ਖੜੇ ਸੀ। ਮਤਲਬ ਕਿ ਉਹ ਪੁਲਿਸਿੰਗ ਜਿਹੜੀ ਆ, ਜਿਸ ਕੰਮ ਲਈ ਪੁਲਿਸ ਬਣਾਈ ਹੋਈ ਆ, ਇਹ ਨਾ ਕਰਕੇ ਉਹ ਵੱਡੇ ਲੋਕਾਂ ਦੀ ਜੇਬ ਵਿੱਚ ਬਣੀ ਹੋਈ ਪੁਲਿਸ ਹੈ। ਤੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਤੇ ਜੇ ਤੁਹਾਨੂੰ ਕਿਸੇ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਚੰਗੇ ਸੁਧਾਰ ਹੋ ਗਏ ਨੇ ਜਾਂ ਪੁਲਿਸ ਬਹੁਤ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ, ਤੇ ਉਹਦੇ ਜਿਹੜੇ ਸ਼ੀਸ਼ਾ ਪੇਸ਼ ਹੁੰਦਾ ਹੈ ਕਿ ਪੁਲਿਸ ਜਿਹੜੀ ਆ ਕੁਝ ਵੀ ਸਹੀ ਤਰੀਕੇ ਨਾਲ ਨਹੀਂ ਕੰਮ ਕਰ ਰਹੀ। ਮੈਂ ਸਾਰੀ ਪੁਲਿਸ ਦੀ ਗੱਲ ਨਹੀਂ ਕਰਦਾ, ਪਰ ਇਦਾਂ ਦੀਆਂ ਘਟਨਾਵਾਂ ਫਿਰ ਸਾਰਿਆਂ ਲਈ ਹੀ ਹੁੰਦੀਆਂ ਨੇ। ਬਿਲਕੁਲ। ਕੁਲਦੀਪ ਜੀ, ਜਾਣ ਤੋਂ ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਵਰਲਡ ਹੈਪੀਨੈਸ ਇੰਡੈਕਸ ਕੀ ਆ ਤੇ ਭਾਰਤ ਦੇ ਕੀ ਹਾਲਾਤ ਨੇ। ਵਰਲਡ ਹੈਪੀਨੈਸ ਇੰਡੈਕਸ ਜਿਹੜਾ ਹੈ ਇੱਕ ਰਿਸਰਚ ਫੋਰਮ ਹੈ ਬੇਸਿਕਲੀ ਜੀ, ਸੰਯੁਕਤ ਰਾਸ਼ਟਰ ਨਾਲ ਜੁੜਿਆ ਹੋਇਆ, ਉਹਨਾਂ ਦਾ ਇੱਕ ਖੋਜ ਇੱਕ ਪਾਰਟ ਹੈ ਉਹ ਜੀ UNO ਦਾ। ਉਹਨਾਂ ਵੱਲੋਂ ਹਰ ਸਾਲ ਇੰਡੈਕਸ ਜਾਰੀ ਕੀਤਾ ਜਾਂਦਾ ਕਿ ਕਿਹੜੇ ਮੁਲਕ ਦੇ ਲੋਕ ਜਿਹੜੇ ਨੇ ਉਹ ਖੁਸ਼ ਨੇ ਤੇ ਕਿੰਨੇ ਕੁ ਖੁਸ਼ ਨੇ। ਮੁੱਦੇ ਉਹਨਾਂ ਮੂਹਰੇ ਵੱਖ-ਵੱਖ ਰੱਖੇ ਜਾਂਦੇ ਨੇ ਕਿ ਤੁਹਾਨੂੰ ਕਿਵੇਂ ਸਰਕਾਰਾਂ ਜਾਂ ਹੋਰ ਲੋਕ ਜਾਂ ਤੁਹਾਡਾ ਰਹਿਣ ਸਹਿਣ ਹੈ, ਖਾਣ ਪੀਣ ਹੈ, ਤੁਹਾਡਾ ਆਸਾ ਪਾਸਾ ਕਿਹੋ ਜਿਹਾ ਹੈ ਤੇ ਤੁਹਾਨੂੰ ਕਿਹੜੀਆਂ ਗੱਲਾਂ ਦੀ ਔਖ ਹੈ ਤੇ ਕਿਹੜੀਆਂ ਦੀ ਤੁਹਾਨੂੰ ਮੌਜ ਹੈ, ਉਹ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਜਿਹੜਾ ਹੈ ਜਾਣਿਆ ਜਾਂਦਾ ਹੈ। ਸੋ ਇਸ ਦੇ ਤਹਿਤ ਹਰ ਸਾਲ ਜਿਹੜੇ ਇੰਡੈਕਸ ਜਿਹੜੇ ਨੇ ਉਹ ਜਾਰੀ ਕੀਤੇ ਜਾਂਦੇ ਨੇ ਤੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਭਾਰਤ ਦਾ 139ਵਾਂ ਨੰਬਰ ਜਿਹੜਾ ਹੈ ਫੇਰ ਇੱਕ ਵਾਰੀ ਹੈ ਤੇ ਪਾਕਿਸਤਾਨ ਦਾ ਜਿਹੜਾ ਨੰਬਰ ਹੈ ਅਮਰਿਤ ਜੀ ਮੇਰੇ ਖਿਆਲੇ 105 ਹੈ ਜੀ। ਤੇ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਦੀ ਸਾਡੇ ਨਾਲੋਂ ਵੱਧ ਖੁਸ਼ੀ ਹੈ। ਤੇ ਇਸ ਦੇ ਵਿੱਚ ਆਮ ਤੌਰ ਤੇ ਅਮਰਿਤ ਜੀ ਵੇਖਿਆ ਗਿਆ ਕਿ ਇਸ ਤਰ੍ਹਾਂ ਦੇ ਜਿਹੜੇ ਇੰਡੈਕਸ ਹੁੰਦੇ ਨੇ ਦੁਨੀਆ ਦੇ ਵਿੱਚ, ਪ੍ਰੋਸਪੈਰਿਟੀ ਇੰਡੈਕਸ ਵੀ ਆਉਂਦਾ ਹੈ, ਕਲੀਨਲੀਨੈਸ ਇੰਡੈਕਸ ਵੀ ਆਉਂਦਾ ਹੈ, ਇਹ ਸਾਰੇ ਇਹਨਾਂ ਵਿੱਚੋਂ ਆਮ ਤੌਰ ਤੇ ਝੰਡੀ ਜਿਹੜੀ ਨੇ ਉਹ ਰਹਿਣ ਜਾਂ ਲਿਵੇਬਲ ਕੰਟਰੀ ਦਾ ਵੀ ਉਹ ਇੰਡੈਕਸ ਆਉਂਦਾ ਹੈ। ਉਹ ਆਮ ਤੌਰ ਤੇ ਝੰਡੀ ਜਿਹੜੀ ਹੈ ਸਕੈਂਡੀਨੇਵੀਅਨ ਕੰਟਰੀਜ਼ ਦੀ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ ਛੋਟੇ ਛੋਟੇ ਯੂਰਪ ਦੇ ਵਿੱਚੋਂ ਵੀ ਜਿਹੜੇ ਖਾਸ ਤੌਰ ਤੇ ਸਕੈਂਡੀਨੇਵੀਅਨ ਬਿਲਕੁਲ ਜਿਹੜੇ ਲੈਂਡ ਵਾਲੇ ਨੇ, ਹਾਂਜੀ, ਫਿਨਲੈਂਡ, ਆਈਸਲੈਂਡ, ਹਾਂਜੀ, ਨੀਦਰਲੈਂਡ, ਸਕਾਟਲੈਂਡ, ਹਾਂਜੀ। ਤੇ ਇਸ ਵਾਰੀ ਵੀ ਉਹੀ ਅੱਗੇ ਨੇ, ਉਹੀ ਬਿਲਕੁਲ ਜੀ। ਤੇ ਜਿਵੇਂ ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਦੀ ਅਸੀਂ ਗੱਲ ਕਰਦੇ ਹਾਂ ਤੇ ਬਦਕਿਸਮਤੀ ਹੈ ਅਫਗਾਨਿਸਤਾਨ ਦੀ ਕਿ ਇੰਨੇ ਲੰਬੇ ਸਮੇਂ ਤੋਂ ਉੱਥੇ ਖਾਨਾ ਜੰਗੀ ਤੇ ਬਾਹਰਲੇ ਹਾਕਮਾਂ ਦੇ ਹਮਲੇ ਤੇ ਉਸ ਨੂੰ ਇੱਕ ਬੈਟਲ ਗਰਾਊਂਡ ਦੁਨੀਆ ਭਰਤੀ ਬਣਾ ਦਿੱਤਾ ਹੈ। ਕਦੀ ਅਲ-ਕਾਇਦਾ ਕਾਬਜ਼ ਸੀ, ਕਦੀ ਰਸ਼ੀਆ ਵਾਲੇ ਕਾਬਜ਼ ਸੀ ਤੇ ਹੁਣ ਅਮਰੀਕਾ ਦਾ ਜ਼ੋਰ ਚੱਲਦਾ ਹੈ ਤੇ ਸਾਰੀ ਦੁਨੀਆ ਦੇ ਵਿੱਚ ਨਜ਼ਰਾਂ ਜਿਹੜੀਆਂ ਸੀ ਅਫਗਾਨਿਸਤਾਨ ਤੇ ਲੱਗੀਆਂ ਹੋਈ ਸੀ। ਬਦਕਿਸਮਤੀ ਦੇ ਨਾਲ ਉਹ ਲੋਕ ਸਭ ਤੋਂ ਵੱਧ ਜਿਹੜੇ ਨੇ ਉਹ ਦੁਖੀ ਪਾਏ ਗਏ ਤੇ ਇਸ ਇੰਡੈਕਸ ਦੇ ਵਿੱਚ ਸਭ ਤੋਂ ਥੱਲੇ ਨੇ। ਜ਼ਾਂਬੀਆ ਹੈ, ਹੋਰ ਕਈ ਮੁਲਕ ਨੇ ਜਿਹੜੇ ਅਫਰੀਕਨ ਕੰਟਰੀਜ਼ ਨੇ ਜਿੱਥੇ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹ ਵੀ ਲੋਕ ਥੱਲੇ ਨੇ। ਭਾਰਤ ਦਾ ਇੰਡੈਕਸ ਵੀ ਬਹੁਤਾ ਵਧੀਆ ਨਹੀਂ ਤੇ ਇਸ ਗੱਲ ਤੋਂ ਸਰਕਾਰ ਕੀ ਸਬਕ ਲੈਂਦੀ ਹੈ ਜਾਂ ਕਿਵੇਂ ਲੈਂਦੀ ਹੈ, ਇਸ ਗੱਲ ਦੇ ਬਾਰੇ ਮੈਂ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦਾ ਜੀ। ਅਮਰਿਤ ਜੀ, ਤੁਸੀਂ ਵੀ ਥੋੜੀ ਜਿਹੀ ਚਾਨਣਾ ਪਾਓ ਇਸ ਮੁੱਦੇ। ਇਸ ਵਾਰ ਦਾ ਜਿਹੜਾ ਉਹਨਾਂ ਦਾ ਇੰਡੈਕਸ ਹੈਗਾ ਕੁਲਦੀਪ ਜੀ, ਉਹਨਾਂ ਨੇ 2 ਗੱਲਾਂ ਨੂੰ ਸਾਹਮਣੇ ਰੱਖਿਆ ਜੀ। ਇੱਕ ਤੇ ਕੋਵਿਡ-19 ਨੇ ਲੋਕਾਂ ਦੀ ਜ਼ਿੰਦਗੀ ਨੂੰ ਕਿੰਨਾ ਪ੍ਰਭਾਵਿਤ ਕੀਤਾ, ਤੇ ਦੂਜੀ ਜਿਹੜੀ ਮੁੱਖ ਗੱਲ ਉਹਨਾਂ ਨੇ ਰੱਖੀ ਸੀ ਕਿ ਸਰਕਾਰਾਂ ਨੇ ਕੋਵਿਡ ਨਾਲ ਲੜਨ ਦੀ ਲੋਕਾਂ ਦੀ ਕਿਵੇਂ ਮਦਦ ਕੀਤੀ ਜੀ। ਜੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਇੰਡੈਕਸ ਬਣਾ ਕੇ ਸਾਡਾ ਜਿਹੜਾ ਸਥਾਨ ਹੈ ਸਭ ਤੋਂ ਥੱਲੇ ਆਇਆ, ਤੇ ਫਿਰ ਸਾਨੂੰ ਵਾਕਿਆ ਹੀ ਸੋਚਣਾ ਪਊਗਾ ਸਰਕਾਰ ਨੂੰ ਕਿ ਅਸੀਂ ਲੋਕਾਂ ਲਈ ਕੀ ਕੀਤਾ। ਹੈਰਾਨੀ ਨਹੀਂ ਹੋਣੀ ਚਾਹੀਦੀ। ਨਹੀਂ, ਫਿਰ ਸਾਡਾ ਠੀਕ ਹੀ ਇੰਡੈਕਸ ਜੀ। ਤੇ ਇਹਦੇ ਨਾਲ ਜੁੜਦੀ ਜਿਹੜੀ ਇੱਕ ਹੋਰ ਖਬਰ ਆ, ਫੋਰਬਸ ਦੀ ਸੂਚੀ ਵੀ ਆਈ ਹੈ ਜੀ। ਫੋਰਬਸ ਦੀ ਸੂਚੀ ਜਿਹੜੀ, ਉਹ ਫੋਰਬਸ ਇੱਕ ਬਹੁਤ ਵਕਾਰੀ ਮੈਗਜ਼ੀਨ ਆ ਤੇ ਉਹ ਅਮੀਰਾਂ ਦੀ ਸੂਚੀ ਅਕਸਰ ਜਾਰੀ ਕਰਦਾ ਤੇ ਉਹਦੇ ਵਿੱਚ ਉਹਨਾਂ ਨੇ 2200 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ। 475 ਤੋਂ ਜ਼ਿਆਦਾ ਲੋਕ ਨਵੇਂ ਸ਼ਾਮਲ ਹੋਏ ਆ। ਤੇ ਹੈਰਾਨੀ ਦੀ ਗੱਲ ਜਿਹੜੀ ਆ, ਸਾਨੂੰ ਹੈਰਾਨੀ ਨਹੀਂ ਹੋਏਗੀ, ਸ਼ਾਇਦ ਹੈਰਾਨੀ ਦੀ ਗੱਲ ਹੀ ਹੈ ਵੈਸੇ, ਕਿ 60% ਤੋਂ ਜ਼ਿਆਦਾ ਇਜ਼ਾਫਾ ਹੋਇਆ ਅਮੀਰਾਂ ਦੀ ਦੌਲਤ ਦੇ ਵਿੱਚ ਇਸ ਕਰੋਨਾ ਕਾਲ ਦੇ ਦੌਰਾਨ। ਤੇ ਹਿੰਦੁਸਤਾਨ 3 ਨੰਬਰ ਤੇ ਹੈ ਜੀ ਅਰਬਪਤੀਆਂ ਦੀ ਸੂਚੀ 'ਚ। ਹੁਣ ਗੱਲ ਉਹਨੂੰ ਦੋਨਾਂ ਚੀਜ਼ਾਂ ਨੂੰ ਕੋਰਿਲੇਟ ਕਰਨ ਦੀ ਆ ਕਿ ਵਰਲਡ ਹੈਪੀਨੈਸ ਇੰਡੈਕਸ ਦੇ ਵਿੱਚ ਅਸੀਂ ਕਿੱਥੇ ਆ ਤੇ ਅਮੀਰਾਂ ਦੀ ਸੂਚੀ 'ਚ ਅਸੀਂ 3 ਨੰਬਰ ਤੇ। ਇਟ ਮੀਨਸ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਆ ਉਹਨੂੰ ਘਟਾਉਣ ਵਿੱਚ ਸਰਕਾਰ ਜਿਹੜੀ ਆ ਉਹ ਬਿਲਕੁਲ ਨਾਕਾਮਯਾਬ ਰਹੀ ਹੈ। ਤੇ ਜਿਹੜੀ ਇਹ ਅਕਸਰ ਇੱਕ ਦਾਅਵੇ ਕਰਦੇ ਨੇ ਕਿ ਸਾਡੀਆਂ ਜਿਹੜੀਆਂ ਸਕੀਮਾਂ ਆ, ਸਾਡੇ ਜਿਹੜੇ ਲੋਕਾਂ ਲਈ ਬਣਾਏ ਹੋਏ
ਫਾਇਦੇ ਆ ਉਹ ਲੋਕਾਂ ਦੇ ਅਖੀਰਲੇ ਲੋਕਾਂ ਤੱਕ ਪਹੁੰਚਣਗੇ, ਇਹਦਾ ਮਤਲਬ ਉਹ ਕਿਤੇ ਨਹੀਂ ਪਹੁੰਚ ਰਹੇ। ਕੁੱਲ ਮਿਲਾ ਕੇ ਜਿਹੜਾ ਪੈਸੇ ਦਾ ਪਸਾਰ ਆ ਉਹ ਅਮੀਰ ਤੱਕ ਹੀ ਹੈ, ਬਾਕੀ ਦੂਜਿਆਂ ਵੱਲ ਕਿਤੇ ਨਹੀਂ ਹੋ ਰਿਹਾ ਜੀ। ਪਰ ਸਾਡੀ ਸਰਕਾਰ ਤੇ ਧੱਕੇ ਨਾਲ ਭਲਾ ਕਰਦੀ ਹੈ ਨਾ, ਜਿੱਦਾਂ ਹੁਣ ਕਿਸਾਨ ਅੰਦੋਲਨ 'ਚ ਕਰ ਰਹੀ ਹੈ। ਬਿਲਕੁਲ ਜੀ, ਬਿਲਕੁਲ। ਕੁਲਦੀਪ ਜੀ ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।